प्लेयरां ने विचों एक ने ला ली, दूसरे पासों दोवां ने ला ली। ਉਹ ਫਿਰ ਨਿਜ਼ਾਮ ਚੱਲਿਆ ਰਹਿੰਦਾ कहंदे कि ਅਸੀਂ नहीं लाई, वो कहना साफ कर लो, कहंदे ਅਸੀਂ नहीं लाई, सानू साफ कर लो। दूसरे प्लेयर जाफी कहने जी बंद कीती सी इन्हां ने, रौला पै जांदा। मैं भी इदां जब मैं कहा चल निकर पाई ना विच चल जांगे, चल मैच ते देख लांगे ना भी। कबड्डी कबड्डी दा नहीं जेन च जे एक महीने च घट्टो घट्ट 50 बुकिंग हुंदी मैच दी। ਸਹੀ सानू पता ਅਸੀਂ खेडदे आ, भाजी कोल इन्ना मैच हुंदा कि ਭਾਈ ਨੂੰ ਬੰਦੇ ਨਹੀਂ ਲੱਭਦੇ। ਮੈਂ ਪਤਾ ਹੀ ਗੇਮ ਗੂਮ ਕਰਦਾ, ਉਹਨੇ ਕਹਣਾ ਚੱਲ ਕੋਈ ਨਹੀਂ ਵੀ ਮੈਂ ਦੇਖ ਲੂੰਗਾ, ਮੈਨੇਜ ਕਰ ਲੈਂਦਾ, ਮੈਨੇਜ ਕਰ ਲਾਂਗਾ, ਤੂੰ ਖੇਡਿਆ ਕਰ। ਹਾਂਜੀ ਭਾਈ ਨੇ ਉਹਨੂੰ ਕਿਹਾ ਕਿ ਤੂੰ ਨਹੀਂ ਕਲੀਮ, ਭਾਈ ਇਸ਼ਾਰਾ ਕੀਤਾ ਤੇ ਮੈਂ ਕਮਰ ਗਿਆ ਥਾਂ ਤੇ। ਇਹ ਦੇਖ ਰਿਹਾ ਕਿ ਬਸ ਉਹ ਇੰਨੇ ਪੈਸੇ ਕਮਾ ਰਿਹਾ, ਇਹ ਨਹੀਂ ਦੇਖ ਰਿਹਾ ਕਿ ਕਿੰਨੀ ਦੇਰ ਦਾ ਲੱਗਾ। ਮਿਹਨਤ ਕਰਦੇ ਹੋ, ਕਿੰਨੀ ਐਕਸਰਸਾਈਜ਼ ਆ, ਕੀ ਰੂਟੀਨ ਆ। ਇੱਕ ਨਾਂ ਹੁੰਦਾ, ਨਾਂ ਨੂੰ ਬਚਾਉਣ ਵਾਸਤੇ ਬੜਾ ਕੁਝ ਦੇਣ ਚ ਹੁੰਦਾ। ਹਾਂਜੀ ਇੰਟਰਨੈਸ਼ਨਲ ਕਿੰਨੇ ਮੈਚ ਖੇਡ ਲਏ ਆ? ਨੁਕਸਾਨ ਤੇ ਭਾਈ ਬਹੁਤ ਵੱਡਾ ਜਿਹੜਾ ਪੂਰਾ ਨਹੀਂ ਹੋ ਸਕਦਾ। ਚਲੋ ਕਬੱਡੀ ਦਾ ਤੇ ਪੂਰਾ ਹੋ ਸਕਦਾ, ਪਰ ਉਹਦੀ ਫੈਮਿਲੀ ਦਾ ਨਹੀਂ ਹੋ ਸਕਦਾ। ਬਿਲਕੁਲ ਬਿਲਕੁਲ। ਅਸਲਾਮ ਵਾਲੇਕੁਮ, ਸਾਜਿਦ ਮਕਬੂਲ ਪੋਡਕਾਸਟ ਚੈਨਲ ਤੇ ਸਾਰਿਆਂ ਨੂੰ ਖੁਸ਼ ਆਮਦੀਦ। ਸਾਡੇ ਨਾਲ ਅੱਜ ਦੀ ਮਹਿਮਾਨ ਸ਼ਖਸੀਅਤ, ਜਿੱਦਾਂ ਕਿ ਤੁਸੀਂ ਦੇਖ ਚੁੱਕੇ ਹੋਗੇ, ਪਾਕਿਸਤਾਨ ਕਬੱਡੀ ਟੀਮ ਦੇ ਇਸ ਟਾਈਮ ਕੈਪਟਨ ਆ ਤੇ ਮਾਸ਼ਾਅੱਲਾ ਪੂਰੀ ਚੜ੍ਹਾਈ ਵਿੱਚ ਆ ਸਾਡੇ ਕਲੀਮੁੱਲਾ ਜੱਟ ਭਾਈ। ਕਲੀਮ ਭਾਈ ਕੀ ਹਾਲ ਚਾਲ ਹੈ? ਅਲਹਮਦੁਲਿਲਾ। ਕਲੀਮ ਭਾਈ ਬਚਪਨ ਤੋਂ ਸ਼ੁਰੂ ਕਰਦੇ ਆ, ਫਿਰ ਆਪਾਂ ਕਬੱਡੀ ਵਾਲੇ ਸਫ਼ਰ ਤੇ ਚੱਲਦੇ ਆ ਕਿ ਬਚਪਨ ਕੈਸਾ ਗੁਜ਼ਰਿਆ, ਕੋਈ ਬਚਪਨ ਦੀਆਂ ਸ਼ਰਾਰਤਾਂ ਸਾਡੇ ਨਾਲ ਸ਼ੇਅਰ ਕਰਨਾ ਚਾਹੋ, ਜਿਹੜਾ ਤੁਸੀਂ ਆਪਣੇ ਪਿੰਡ 'ਚ ਜਾਂ ਆਪਣੇ ਕਰਦੇ ਰਹੇ ਆ ਸ਼ਰਾਰਤਾਂ, ਕੋਈ ਇਦਾਂ ਦਾ ਸੀਨ? ਬਚਪਨ ਸੇਮ ਹੀ ਸੀਗਾ। ਚਲੋ ਆਪਾਂ ਵੀ ਸਾਰਿਆਂ ਤਰ੍ਹਾਂ ਹੀ ਜਿੱਦਾਂ ਵੀ ਛੋਟੇ ਹੁੰਦੇ ਸ਼ਰਾਰਤਾਂ ਸ਼ੁਰੂਤਾਂ ਤੇ ਥੋੜੀਆਂ ਮੋਤੀਆਂ ਕਰਦੇ ਆ ਨਾ ਸਾਰੇ। ਸਾਨੂੰ ਵੀ ਅਸੀਂ ਵੀ ਜਿਹੜੀਆਂ ਨਾਰਮਲ ਜਿਹੜੀਆਂ ਬੱਚੇ ਕਰਦੇ, ਜਿੱਦਾਂ ਬਾਂਟੇ ਖੇਡ ਲਏ, ਪਤੰਗ ਮਗਰ ਭੱਜ ਨਾ, ਪਤੰਗ ਪਤੰਗ ਫੜ ਲਏ ਹਨਾ, ਪਤੰਗ ਲੁੱਟਣਾ, ਪਤੰਗ ਲੁੱਟਣਾ। ਤੇ ਉਸ ਤੋਂ ਇਲਾਵਾ ਜਿਹੜੀ ਵੀ ਕ੍ਰਿਕਟ ਦਾ ਨਹੀਂ ਸੀ ਸ਼ੌਕ ਹੈਗਾ, ਉਦਾਂ ਜਿਹਦਾ ਸਾਰੇ ਵੀ ਜਿਹੜੀ ਗੇਮ ਲੱਭ ਗਈ ਉਹ ਨਹੀਂ ਭੱਜਦੇ ਨੇ। ਤੇ ਬਾਕੀ ਜ਼ਿਆਦਾਤਰ ਤੇ ਫਿਰ ਇਦਾਂ ਕਬੱਡੀ ਦਾ ਸ਼ੌਕ ਸੀ। ਕਬੱਡੀ ਦਾ ਸ਼ੌਕ ਸ਼ੁਰੂ ਤੋਂ ਹੀ ਹੈ ਭਾਜੀ? ਹਾਂ ਸ਼ੁਰੂ ਤੋਂ ਹੀ ਸਾਡੇ ਨਾ ਫੈਮਿਲੀ ਦੇ ਵਿੱਚ ਹੀ ਸ਼ੌਕ ਸੀਗਾ ਕਬੱਡੀ ਦਾ। ਅੱਛਾ। ਵੀ ਜਿੱਦਾਂ ਮੈਂ ਪਹਿਲਵਾਨੀ ਦਾ ਸ਼ੌਕ ਸੀ ਪਹਿਲਾਂ ਦਾਦੇ ਹੁਣਾਂ ਨੂੰ, ਫਿਰ ਬਾਅਦ ਚੋਂ ਤਾਇਆ ਪਹਿਲਵਾਨੀ ਕਰਦਾ ਸੀ, ਫਿਰ ਤਾਏ ਦਾ ਚਾਚਾ ਫਿਰ ਕਬੱਡੀ ਖੇਡਣ ਲੱਗੇ ਸਾਡਾ। ਠੀਕ ਠੀਕ। ਤੇ ਚਾਚਾ ਫਿਰ ਖੇਡਦਾ, ਫਿਰ ਉਹ ਪੰਜਾਬ ਪੁਲਿਸ ਵੱਲੋਂ ਵੀ ਖੇਡਦਾ ਰਿਹਾ ਹਨਾ। ਹਾਂਜੀ। ਉਸ ਤੋਂ ਬਾਅਦ ਫਿਰ ਸਾਡੇ ਜਿੱਦਾਂ ਉਹ ਕਬੱਡੀ 'ਚ ਚੇਂਜ ਆ ਗਿਆ ਹਨਾ, ਵੀ ਕਬੱਡੀ ਸ਼ੁਰੂ ਹੋ ਗਈ, ਫਿਰ ਤਾਏ ਦਾ ਮੁੰਡਾ ਖੇਡਣ ਲੱਗ ਗਿਆ, ਫਿਰ ਮੇਰੇ ਤੋਂ ਵੱਡਾ ਭਾਈ ਸੈਫੁੱਲਾ ਖੇਡਣ ਲੱਗ ਗਿਆ। ਹਾਂ ਫਿਰ ਇਦਾਂ ਕਰਕੇ ਸਾਨੂੰ ਗਾਂ ਕਬੱਡੀ ਉਹ ਚੇਂਜ ਹੋ ਗਿਆ ਕੰਮ। ਠੀਕ। ਆਪਣੇ ਪਿੰਡ ਵੱਲੋਂ ਤੁਸੀਂ ਵੇਟ ਦੇ ਮੈਚਸ ਤੋਂ ਸਟਾਰਟ ਕੀਤਾ ਜਾਂ ਮਤਲਬ? ਨਹੀਂ ਨਾ ਵੇਟ ਵੂਟ ਨਹੀਂ ਉਦੋਂ ਹੁੰਦਾ ਹੀ ਨਹੀਂ ਸੀ ਮੇਰੇ ਖਿਆਲ ਵੇਟ ਦਾ। ਤੇ ਉਦਾਂ ਹੀ ਸਾਨੂੰ ਇੰਨਾ ਪਤਾ ਵੀ ਜਦੋਂ ਅਸੀਂ ਖੇਡਦੇ ਸੀਗਾ, ਜਦੋਂ ਛੋਟੇ ਛੋਟੇ ਸੀ, ਅਸੀਂ ਇੱਥੇ ਆਪਣੇ ਡੇਰੇ ਇੱਥੇ ਹੀ ਮਸ ਲੱਗੇ ਰਹਿੰਦੇ ਸੀ, ਇੱਕ ਦੂਏ ਨਾਲ ਆਪਸ ਹੀ ਭਰਾ ਹੀ ਲੱਗੇ ਰਹਿੰਦੇ ਸੀਗੇ ਸਾਰਾ ਦਿਨ। ਅੱਛਾ। ਵੀ ਸਾਰੀ ਭਾਵੇਂ ਦੁਪਹਿਰ ਹੋਵੇ ਭਾਵੇਂ ਸ਼ਾਮ ਹੋਵੇ, ਜਦੋਂ ਮਰਜੀ ਬਸ ਸਾਨੂੰ ਹੁੰਦਾ ਕੋਈ ਜਿਹਨੇ ਕਹਿਤਾ ਨਾ ਆਓ ਖੇਡੋ, ਅਸੀਂ ਕਹਣਾ ਚਲੋ ਜੀ ਖੇਡਣਾ। ਇਦਾਂ ਇਦਾਂ ਭਾਜੀ ਫਿਰ ਇਲਾਕੇ 'ਚ ਕਿਹੜਾ ਐਸਾ ਤੁਹਾਡਾ ਪਹਿਲਾ ਮੈਚ ਸੀ ਜਿੱਤੋਂ ਮਤਲਬ ਸਾਡੇ ਇਲਾਕੇ ਵਿੱਚ ਜਾਂ ਫੈਸਲਾਬਾਦ ਤੋਂ ਬਿਲੋਂਗ ਕਰਦੇ ਆ, ਫੈਸਲਾਬਾਦ 'ਚ ਜਾਂ ਮਤਲਬ ਬਾਹਰ ਵਾਲੇ ਇਲਾਕੇ 'ਚ ਪਤਾ ਲੱਗ ਗਿਆ ਕਿ ਕਲੀਮੁੱਲਾ ਜੱਟ, ਕੋਈ ਐਸਾ ਮੈਚ ਜਿੱਤੋਂ ਤੁਹਾਨੂੰ ਟਰਨਿੰਗ ਪੁਆਇੰਟ ਮਿਲਿਆ ਹੋਵੇ ਸਟਾਰਟਿੰਗ ਵਿੱਚ? ਟਰਨਿੰਗ ਪੁਆਇੰਟ ਇੱਕ ਮਿਲਿਆ ਸੀਗਾ ਕਿ ਜਦੋਂ ਮੈਂ ਭਰਤੀ ਹੋ ਗਿਆ ਸੀ ਨਾ, ਮੈਂ ਭਰਤੀ ਹੋ ਗਿਆ ਸੀ ਮੇਰੇ ਖਿਆਲ 2016 ਦੇ ਵਿੱਚ ਮੈਂ ਪੁਲਿਸ 'ਚ ਭਰਤੀ ਹੋ ਗਿਆ ਸੀਗਾ। ਅੱਛਾ। ਠੀਕ ਆ। ਉੱਥੇ ਮੈਨੂੰ ਨਾ ਮੌਕਾ ਮਿਲ ਗਿਆ ਸੀ ਪੰਜਾਬ ਪੁਲਿਸ ਦੀ ਟੀਮ 'ਚ ਖੇਡਣ ਦੇ। 2018 ਦੇ ਵਿੱਚ ਨਾ ਜ਼ੋਰ ਲਈ ਕੱਪ ਹੋਇਆ। ਅੱਛਾ। ਉੱਥੇ ਮੈਨੂੰ ਥੋੜਾ ਜਿਹਾ ਮੌਕਾ ਮਿਲਿਆ ਟੀਮ ਵੱਲੋਂ, ਤੇ ਮੈਂ ਉੱਥੇ 2 ਮੈਚ ਖੇਡੇ। ਇੱਕ ਪਾਕਿਸਤਾਨ ਵਾਪੜਾ ਦੇ ਖਿਲਾਫ ਖੇਡਿਆ, 5 ਕਬੱਡੀਆਂ ਪਾਈਆਂ, 5 ਹੀ ਮੇਰੇ ਖਿਆਲ ਕਲੀਅਰ ਸੀ। ਠੀਕ। ਦੂਸਰਾ ਮੈਚ ਮੈਂ ਖੇਡਿਆ ਉਸੇ ਦਿਨ ਹੀ ਸ਼ਾਮ ਨੂੰ ਹੀ ਆਰਮੀ ਦੇ ਖਿਲਾਫ, ਤੇ ਉਹਦੇ ਵਿੱਚ ਮੈਂ 9-10 ਕਬੱਡੀਆਂ ਪਾ ਕੇ ਨਾ ਵੀ ਕਲੀਅਰ ਕੀਤੀਆਂ। ਠੀਕ। ਉਸ ਤੋਂ ਬਾਅਦ ਥੋੜਾ ਜਿਹਾ ਨਾ ਉੱਥੇ ਜਿੱਦਾਂ ਮੜਾ ਜਿਹਾ ਮਤਲਬ ਕਿ ਮੈਨੂੰ ਲੋਕਾਂ ਦੀ ਨਿਗਾਹ 'ਚ ਲੋਕਾਂ ਦੀ ਨਹੀਂ, ਜਿੱਦਾਂ ਮੈਂ ਹੁਣ ਜਿੱਦਾਂ ਪਤਾ ਲੱਗਦਾ ਹੁਣ ਜਦੋਂ ਆਪਣੇ ਭਾਈ ਹੁਣਾਂ ਨਾਲ ਗੱਲ ਹੁੰਦੀ, ਜਿੱਦਾਂ ਭਾਈ ਅਕਮਲ ਹੋ ਗਿਆ, ਭਾਈ ਬੈਦੁੱਲਾ, ਭਾਈ ਸਜਾਦ, ਹੋਰ ਇਦਾਂ ਦੇ ਜਿਹੜੇ 5-4 ਪਲੇਅਰ ਜਿਹੜੇ ਮਤਲਬ ਕਿ ਉਦੋਂ ਖੇਡਦੇ ਸੀ ਵਧੀਆ ਨਾ। ਪਰ ਹੁਣ ਜਦੋਂ ਉਹ ਕਹਿੰਦੇ ਕਿ ਯਾਰ ਜਦੋਂ ਉੱਥੇ ਮੈਚ ਹੋਇਆ ਨਾ, ਅਸੀਂ ਦੇਖਿਆ ਯਾਰ ਆ ਮੁੰਡਾ ਯਾਰ ਸਿੰਗਲ ਜਿਹਾ ਕਿੱਥੋਂ ਦਾ, ਕਿਸ ਇਲਾਕੇ ਦਾ, ਇੰਨਾ ਨਹੀਂ ਸੀ ਪਤਾ ਵੀ ਕਿੱਥੇ ਦਾ ਨਾ। ਉਦੋਂ ਹੁਣ ਗੱਲਾਂ ਕਰਦੇ, ਤੇ ਉਦੋਂ ਮਾੜਾ ਜਿਹਾ ਜਿੱਦਾਂ ਐਵੇਂ ਬਸ ਝਲਕ ਜੀ ਮਾੜੀ ਲੋਕਾਂ ਦੇ ਸਾਹਮਣੇ ਦੇਖਿਆ ਵੀ ਪਤਲਾ ਜਿਹਾ ਮੁੰਡਾ ਯਾਰ ਵਧੀਆ ਵੀ ਕੌਡੀਆਂ ਪਾ ਦੀਆਂ 5-7। ਉਸ ਤੋਂ ਬਾਅਦ ਵਾਪਸ ਫਿਰ ਮੈਂ ਫਿਰ ਦੁਬਾਰਾ ਨਾ, ਅਸੀਂ ਸਭ ਮੇਰੀ ਡਿਊਟੀ ਇਦਾਂ ਦੀ ਸੀ ਪੁਲਿਸ ਦੀ ਹਨਾ, ਵੀ ਜਦੋਂ ਟਾਈਮ ਟੂ ਨਹੀਂ ਸੀ ਮਿਲਦਾ ਵੀ ਖੇਡ ਉਧਰ ਕਰਨਾ ਪੈਂਦੀ ਸੀ ਨੌਕਰੀ, ਡਿਊਟੀ ਤੇ ਜਾਣਾ ਪੈਂਦਾ ਸਾਰੇ ਮਾਮਲਾਤ। ਫਿਰ ਮੁੜ ਕੇ ਥੋੜਾ ਜਿਹਾ ਮੈਨੂੰ ਨਾ ਵਿੱਚੋਂ ਗੈਪ ਮਿਲਿਆ ਹਨਾ, ਵੀ ਜਿੱਦਾਂ ਉੱਥੇ ਆਪਣਾ ਵਧੀਆ ਇੱਕ ਮੁੰਡਾ ਸੀਗਾ ਰਾਹਤ ਮੁੰਡਾ, ਇੱਥੋਂ ਨਾ ਆਪਣੇ ਫੈਸਲਾਬਾਦ ਦਾ ਸੀ, ਉੱਥੇ ਨਾ ਉਹਦੀ ਹੁੰਦੀ ਸੀ ਡਿਊਟੀ, ਜਿੱਦਾਂ ਜਿਹੜੀ ਮੁੰਸ਼ੀ ਸੀ ਜਿੱਦਾਂ ਡਿਊਟੀ ਲਾਉਂਦਾ ਸੀ ਹਨਾ। ਠੀਕ। ਤੇ ਉਹਨਾਂ ਵਧੀਆ ਸੀ, ਆਪਣਾ ਪਿਆਰ ਪਿਓਰ ਸੀ। ਉਹਨੇ ਕਿਹਾ ਵੀ ਉਹਨੂੰ ਪਤਾ ਸੀ ਵੀ ਗੇਮ ਗੂਮ ਕਰਦਾ, ਉਹਨੇ ਕਹਣਾ ਚੱਲ ਕੋਈ ਨਹੀਂ ਵੀ ਮੈਂ ਦੇਖ ਲੂੰਗਾ, ਮੈਨੇਜ ਕਰ ਲੈਂਦਾ, ਮੈਨੇਜ ਕਰ ਲਾਂਗਾ, ਤੂੰ ਖੇਡਿਆ ਕਰ। ਹਾਂਜੀ। ਜਦੋਂ ਮਾੜਾ ਜਿਹਾ ਮੌਕਾ ਮਿਲ ਗਿਆ, ਬਸ ਮੌਕਾ ਮਿਲਿਆ ਤੇ
ਆਪਣੇ ਇੱਥੇ ਮੈਚ ਸੀਗਾ ਉਦੋਂ ਮੈਂ ਭਾਈ ਨਵਾਜ਼ ਬਾਜੇ ਦੇ ਮੈਚ ਮੂਚ ਨਾ ਇੱਥੇ 75 ਲੋਕਾਂ ਦਾ ਸੀ। ਉਹਨਾਂ ਦੇ ਮੈਚ ਮੂਚ ਨਾ ਖੇਡਦਾ ਸੀ। ਉਹਨਾਂ ਨੇ ਆਪਣਾ ਕਲੱਬ ਜਿਹਾ ਬਣਾਇਆ ਸੀ। ਅਸੀਂ ਦੋਵੇਂ ਭਰਾ ਹੀ ਉਹਨਾਂ ਨਾਲ ਖੇਡਦੇ ਸੀਗੇ। ਠੀਕ ਹੈ। ਤੇ ਉਹਨਾਂ ਦੇ ਨਾਲ ਲਾਗੇ ਆਪਣੇ ਇਸੇ ਇਲਾਕੇ ਜਿੱਥੇ ਮੈਚ ਸੀਗਾ ਤੇ ਉੱਥੇ ਨਾ ਵੱਡੀਆਂ 2 ਟੀਮਾਂ ਸੀਗੀਆਂ। ਇੱਕ ਭਾਈ ਸ਼ਬਾਜ਼ ਦੀ ਟੀਮ ਸੀਗੀ, ਇੱਕ ਸ਼ਬਾਜ਼ ਬੰਦੇਸ਼ਾ, ਸ਼ਬਾਜ਼ ਬੰਦੇਸ਼ਾ, ਇੱਕ ਰਾਇਲ ਗੈਂਗ ਦੀ ਟੀਮ ਸੀ ਉੱਥੇ ਵੀ। ਉਦੋਂ ਰਾਇਲ ਗੈਂਗ ਵਧੀਆ ਟੀਮ ਨਵੀਂ ਬਣਾਈ ਸੀ। ਪਤਾ ਨਹੀਂ ਜੋਰੀ ਮਰਾਨ ਹੁਣਾਂ ਨੇ ਬਣਾਈ ਸੀ, USA ਵਾਲੇ ਜਿਹੜੇ ਮੇਰੇ ਖਿਆਲ ਉਹਨਾਂ ਨੇ ਕਿੰਨੇ ਬਣਾਈ ਸੀ ਨਾ ਮੈਨੂੰ ਨਹੀਂ ਕਨਫਰਮ ਨਹੀਂ। ਤੇ ਉਦੋਂ ਉਹਨਾਂ ਦਾ ਆਪਸ ਵਿੱਚ ਮੈਚ ਸੀਗਾ ਤੇ ਉੱਥੇ ਨਾ ਮੈਚ ਦੇ ਉੱਤੇ ਉਹ ਕਹਿਣ ਕਿ ਭਾਈ ਨਵਾਜ਼ ਬਾਜੇ ਨੇ ਨਾ ਭਾਈ ਸ਼ਬਾਜ਼ ਨੂੰ ਕਿਹਾ ਕਿ ਮੁੰਡਾ ਨਵਾਂ ਵਧੀਆ, ਤੂੰ ਇਹਨੂੰ ਖੜਾ ਲਾ ਉੱਥੇ ਵੀ ਇਹਨੂੰ ਮੌਕਾ ਦੇਈ। ਉਹ ਮੈਨੂੰ ਬਾਰ-ਬਾਰ ਕਹੀ ਜਾਵੇ ਤੂੰ ਉੱਥੇ ਜਾਣਾ ਮੈਚ ਤੇ ਤੂੰ ਖੇਡਣਾ। ਮੈਂ ਉਹਨੂੰ ਮੇਰੇ ਆਪਣੇ ਦਿਲ 'ਚ ਚੱਲਦਾ ਸੀ। ਮੈਂ ਕਿਹਾ ਯਾਰ ਵੀ ਜੇ ਏਡਾ ਵੱਡਾ ਮੈਚ ਆ ਗਰੁੱਪ ਬਾਜੀ ਦਾ ਹਨਾ, ਜਿੱਦਾਂ ਜਿੱਦਬਾਜੀ, ਹਾਂਜੀ ਹਾਂਜੀ, ਵੀ ਜੇ ਮੈਨੂੰ ਮੌਕਾ ਮਿਲ ਗਿਆ, ਮੈਂ ਕਬੱਡੀਆਂ ਇੱਕ ਦੋ ਬਾਤੀਆਂ ਮੈਨੂੰ ਜੱਫਾ ਪੈ ਗਿਆ, ਮੈਚ ਹਾਰ ਗਏ ਕਹਣਾ ਜੀ ਹਨਾ ਵੀ ਇਹਨੂੰ ਕੋਈ ਇੱਕ ਵਾਲੀਆਂ ਮਤਲਬ ਮੈਚ ਹਾਰ ਗਏ ਸਾਰਾ। ਕਿਉਂਕਿ ਉਦੋਂ ਉਹਨਾਂ ਦੀ ਬਹੁਤ ਜ਼ਿਆਦਾ ਗਰੁੱਪ ਮਤਲਬ ਏਦਾਂ ਸੀਗਾ ਮੈਚ ਵੀ ਜਿੱਦਾਂ ਮਰਨ ਮਰਾਉਣ। ਮੈਂ ਉਦੋਂ ਯਾਦ ਹੈ ਇੱਕ ਸਾਈਡ ਤੇ 7 ਰੇਡਰ ਸੀਗੇ ਜਿੱਧਰ ਮੈਂ ਸੀ, ਮੇਰਾ ਖਿਆਲ 7ਵਾਂ ਰੇਡਰ ਮੈਂ ਸੀਗਾ। ਉਹਦੇ ਵਿੱਚ 7 ਰੇਡਰਾਂ ਦੇ ਵਿੱਚ ਤੁਹਾਨੂੰ ਮੈਂ ਗਣਾਉਣਾ ਮਲਕ ਬਿਨੀਆਮੀਨ, ਜਾਬਰ ਕੰਬੋ, ਸ਼ਰਾਮ ਸਾਦ ਭੱਟੋ, ਮੁਜੰਮਲ ਬੂਟਾ, ਲਜਨ ਨਸੀਬ ਕਰੇ, ਵਸੀਮ ਹੋਰ ਇੱਕ ਦੋ ਰੇਡਰ ਦਾ ਨਾਮ ਟੌਪ ਵਾਲੇ ਰੇਡਰ ਸੀ। ਤੇ ਚਾਹ ਮੈਂ ਵੀ ਏਦਾਂ ਮੈਂ ਕਿਹਾ ਚੱਲ ਨਿੱਕਰ ਪਾਈ ਨਾ ਵਿੱਚ ਚੱਲ ਜਾਾਂਗੇ, ਚੱਲ ਮੈਚ ਤੇ ਦੇਖ ਲਾਂਗੇ ਨਾ ਵੀ ਕਬੱਡੀ ਕਬੂਡੀ ਦਾ ਨਹੀਂ ਜ਼ੇਨ 'ਚ। ਉਹ ਕੁਦਰਤੀ ਮੈਚ ਚੱਲਦੇ ਨਾ ਕੋਈ ਮੈਚ ਵੀ ਇਦਾਂ ਬਰਾਬਰ ਚੱਲਦਾ ਸੀ ਤੇ ਭਾਈ ਮੁਜ਼ੰਬਲ ਦੇ ਕੋਈ ਮਾੜਾ ਮੋਟਾ ਮਸਲਾ ਬਣ ਗਿਆ, ਪਰ ਖਿੱਚ ਖੁੱਚ ਲੱਗੀ ਨਾ ਕੋਈ ਚੱਕਰ ਹੋਇਆ। ਉਹਨਾਂ ਨੇ ਨਾ ਹਾਫ ਤੋਂ ਬਾਅਦ ਮੇ ਵੀ 6 ਮਿੰਟ ਕਬੱਡੀ ਰਹਿੰਦੀ ਹੋਣੀ ਆ ਤੇ ਰੇਡਰ ਸਾਡੇ ਵਾਲੇ ਰੇਡਰ ਜਿਹੜੇ ਮਤਲਬ ਕਿ ਨਾ ਸਾਰੇ ਮਤਲਬ ਕਿ ਵੀ ਐਂਡ ਸੀਗਾ, ਥੱਕ ਗਏ ਨੇ ਏਦਾਂ ਕਹਿੰਦੇ ਵੀ ਚੱਲ ਕਿਸੇ ਹੋਰ ਕੋਲ। ਮੈਂ ਵੀ ਖਲੋਤਾ ਸੀਗਾ ਤੇ ਵਸੀਮ ਕੰਬੋ ਵੀ ਅਸੀਂ ਮਤਲਬ ਖੜੇ ਸੀਗੇ ਜਿੱਦਾਂ ਫੇਰ ਹੀ ਸੀਗੇ ਦੋਵੇਂ। ਪਰ ਉਸ ਟਾਈਮ ਵਸੀਮ ਕੰਬੋ ਮੇਰੇ ਨਾਲੋਂ ਮਤਲਬ ਕਿ ਚੰਗਾ ਸੀ, ਜਿੱਦਾਂ ਬਹੁਤ ਜ਼ਿਆਦਾ ਚੰਗਾ ਸੀ, ਇਦਾਂ ਥੋੜਾ ਚੰਗਾ ਨਹੀਂ, ਬਹੁਤ ਜ਼ਿਆਦਾ ਫਰਕ ਸੀ ਸਾਡਾ ਕਿਉਂਕਿ ਉਹ ਪਹਿਲੇ ਵਧੀਆ ਮੈਚ ਮੂਚ ਖੇਡਦਾ ਸੀ ਨਾ। ਤੇ ਭਾਜੀ ਨੇ ਨਾ ਮੈਨੂੰ ਇਦਾਂ ਭਾਈ ਨੇ ਇਸ਼ਾਰਾ ਕੀਤਾ ਕਬੱਡੀ ਦਾ ਕਿਹਾ ਤੇ ਉਹ ਵਸੀਮ ਤੁਰ ਪਿਆ ਕਬੱਡੀ, ਉਹਦੇ ਪਿੱਛੇ ਹੀ ਮੈਂ ਖੜਾ ਸੀਗਾ। ਭਾਈ ਨੇ ਉਹਨੂੰ ਕਿਹਾ ਕਿ ਤੂੰ ਨਹੀਂ ਕਲੀਮ, ਭਾਈ ਇਸ਼ਾਰਾ ਕੀਤਾ ਤੇ ਮੈਂ ਮਰ ਗਿਆ ਥਾਂ ਤੇ। ਮੈਂ ਉੱਥੇ ਹੀ ਭੱਜ ਪਿਆ, ਮੈਂ ਉੱਥੇ ਹੀ ਭੱਜਿਆ, ਸਿੱਧਾ ਹੀ ਗਿਆ ਤੇ ਟੱਚ ਲਾਇਆ, ਆ ਗਿਆ ਵਾਪਸ। ਫਿਰ ਦੂਸਰੀ ਕਬੱਡੀ ਭਾਈ ਕਹਿੰਦਾ ਫਿਰ ਚੱਲ। ਮੈਂ ਭਾਈ ਲਗਾਤਾਰ ਜਿੱਦਾਂ ਆਪਣੀ ਡਬਲ ਦੇ ਹਿੱਸੇ ਦੀ ਕਬੱਡੀਆਂ 6 ਪਾਤੀਆਂ। ਮੈਚ ਵੀ 6 ਮਿੰਟ ਸੀ, 6 ਪਾਈਆਂ, 6 ਦੀਆਂ 6 ਕਲੀਅਰ, 1 ਜਾਂ 2 ਨੰਬਰ ਤੋਂ ਮੈਚ ਜਿੱਤ ਗਏ। ਅੱਛਾ। ਤੇ ਬੜਾ ਖੁਸ਼ ਵੀ ਅੱਜ ਵੱਡਾ ਮੈਚ ਖੇਡਿਆ। ਉੱਥੋਂ ਹੀ ਨਾਮ ਹੋਇਆ ਤੁਹਾਡਾ ਕੋਲ। ਉੱਥੋਂ ਜਿੱਦਾਂ ਉੱਥੇ ਮੈਨੂੰ ਆਪਣੇ ਆਪ ਨੂੰ ਇਦਾਂ ਲੱਗਾ ਕਿ ਮੈਂ ਬੜਾ ਅੱਜ ਕੰਮ ਕੀਤਾ। ਮੈਂ ਰਾਣੇ ਅਲੀ ਸ਼ਾਨ ਹੋਣੀ, ਨਫੀਸ ਹੋਣੀ, ਉਦੋਂ ਭਾਈ ਹੁਣਾਂ ਦੀ ਫੁੱਲ ਮਤਲਬ ਕਿ ਚੜਾਈ ਸੀ ਤੇ ਮੱਛੋ ਵੀ ਸੀ ਤੇ ਹੋਰ ਇੱਕ ਜਾਫੀ ਮੈਨੂੰ ਯਾਦ ਨਹੀਂ, ਮਾਨੀ ਮੱਲੀ ਸੀ। ਪਰ ਇਹ ਉਸ ਟਾਈਮ ਜਾਫਲਨ ਪੂਰੀ ਪਾਕਿਸਤਾਨ ਦੀ ਇੱਕ ਨੰਬਰ ਪੂਰੀ ਸਟਰੋਂਗ। ਪਰ ਮੈਨੂੰ ਇਹ ਸੀ ਅੱਜ ਮੈਂ ਵਧੀਆ ਵੱਡਿਆ ਮੁੰਡਿਆਂ ਨਾਲ ਖੇਡਿਆ ਵੀ, ਉੱਥੋਂ ਜਜ਼ਬਾ ਵਧਿਆ ਜੀ ਤੁਹਾਡਾ। ਨਹੀਂ ਜਜ਼ਬਾ ਪਹਿਲਾਂ ਹੈਗਾ, ਪਰ ਉਦੋਂ ਆਪਣੇ ਆਪ ਨੂੰ ਇਦਾਂ ਲੱਗਾ ਵੀ ਅੱਜ ਕੀ ਕਰਤਾ ਪਤਾ ਨਹੀਂ। ਹਾਂਜੀ ਤੇ ਚਲੋ ਭਾਜੀ ਹੁਣਾਂ ਨੇ ਵੀ ਕਿਹਾ ਵੀ ਠੀਕ ਆ ਵੀ ਸ਼ਾਬਾਸ਼ ਵਧੀਆ ਵੀ ਘਰੇ ਆ ਗਿਆ। ਠੀਕ। ਫਿਰ ਇਦਾਂ ਭਾਜੀ ਅਗਲੇ ਦਿਨ ਹੀ ਆ ਗਏ। ਭਾਜੀ ਕਹਿੰਦਾ ਵੀ ਠੀਕ ਆ ਵੀ ਖੇਡਿਆ ਕਰ ਤੂੰ ਪੱਕਾ ਕਲੱਬ 'ਚ ਤੇ ਤੈਨੂੰ ਅਸੀਂ ਨਾਂ ਰੱਖਦੇ ਆ ਵੀ ਤੂੰ ਸਾਡੇ ਨਾਲ ਖੇਡਿਆ ਕਰ। ਭਾਈ ਸ਼ਬਾਜ਼। ਅੱਛਾ। ਉਸ ਤੋਂ ਬਾਅਦ ਫਿਰ ਭਾਜੀ ਹੁਣਾਂ ਨਾਲ ਖੇਡਣ ਲੱਗ ਪਏ। ਫਿਰ ਭਾਜੀ ਹੁਣਾਂ ਤੁਹਾਨੂੰ ਪਤਾ ਭਾਜੀ ਹੁਣਾਂ ਦਾ ਕਲੱਬ ਦਾ ਸਿਸਟਮ ਵੀ ਉਦਾਂ ਹੀ ਬੜਾ ਹੈਵੀ ਹੈ ਨਾ, ਵੀ ਮੈਚਾਂ ਦੀ ਵੀ ਭਾਜੀ ਨੂੰ ਇੰਨਾ ਹੁੰਦਾ। ਪਰ ਫਿਰ ਇਦਾਂ ਭਾਈ ਰੰਗਣਾ ਚੱਲ ਲੈਣ ਨੂੰ ਫੋਨ ਕਰ, ਬੜੇ ਸਟਰੋਂਗ ਮੈਚ ਹੁੰਦੇ ਆ, ਬੜਾ ਉਹਨਾਂ ਦਾ ਬਹੁਤ ਵੱਡਾ ਕਲੱਬ ਆ। ਇੱਕ 2 ਮਹੀਨੇ ਭਾਜੀ ਨੇ ਲਵਾਏ ਮੇਰੇ, ਮੈਂ ਨੱਸਣ ਲੱਗ ਗਿਆ ਸੀ ਕਿ ਭਾਜੀ ਮੈਨੂੰ ਰੈਸਟ ਕਰ ਲੈਣ ਦਿਓ। ਸਹੀ ਕਰਕੇ ਭਾਜੀ ਇਹ ਨੈਸ਼ਨਲ ਜਿਹੜਾ ਤੁਸੀਂ ਇਹ ਕਲੱਬ ਵਾਲੇ ਮੈਚ ਖੇਡਦੇ ਆ, ਕੋਈ ਮਤਲਬ ਇਹ ਤਾਂ ਤੁਹਾਡਾ ਸ਼ੁਰੂ ਦਾ ਮੈਚ ਹੈ, ਇਹ ਕਲੱਬ ਵੱਲੋਂ ਆਪਣਾ ਸ਼ਬਾਜ਼ ਭਾਈ ਦੇ ਕਲੱਬ ਵੱਲੋਂ ਕੋਈ ਯਾਦਗਾਰ ਮੈਚ ਜ਼ੇਨ ਚ ਆਉਂਦਾ ਹੋਵੇ ਕਿ ਯਾਰ ਆਹ ਮੈਚ ਸਿੰਗਲ ਹੈਂਡਡਲੀ ਮੈਂ ਜਿਤਾਇਆ, ਜਾਂ ਕੋਈ ਕੱਪ ਜ਼ੇਨ ਚ ਆਉਂਦਾ ਹੋਵੇ? ਕੱਪ ਭਾਜੀ ਜਿੱਦਾਂ ਮਤਲਬ ਕਿ ਜਦੋਂ ਮੈਂ ਖੇਡਦਾ ਸੀ ਨਾ ਉਦੋਂ ਮੇਰੇ ਖਿਆਲ ਨਾਲ ਚੱਲ ਭਾਈ ਭੱਟੋ ਨਹੀਂ ਖੇਡਦੇ ਸੀਗਾ ਨਾ। ਉਹਨਾਂ ਦੀ ਹੁਣ ਉਮਰ ਦੇ ਹਿਸਾਬ ਨਾਲ ਭਾਈ ਹੁਣਾਂ ਦੀ ਜਿੱਦਾਂ ਉਮਰ ਹੋ ਗਈ ਆ ਨਾ, ਜਿਹੜੀ ਉਹਨਾਂ ਦੀ ਜਿਹੜੀ ਕਬੱਡੀ ਮਤਲਬ ਉਹ ਨਹੀਂ ਰਹੀ ਹਨਾ। ਜੇ ਆਪਾਂ ਬੈਕ ਦੇਖਦੇ ਤਾਂ ਬਹੁਤ ਕਬੱਡੀ ਲੰਮੀ ਖੇਡੀ ਭਾਜੀ ਨੇ, ਟੌਪ ਦੀ ਖੇਡੀ ਮਤਲਬ ਕਿ
ਆਪਣੀ ਹਾਈਟ ਤੋਂ ਜ਼ਿਆਦਾ ਤਗੜੀ ਕਬੱਡੀ ਖੇਡੀ। ਮੈਨੂੰ ਨਹੀਂ ਲੱਗਦਾ ਭਾਈ ਜਿੰਨਾ ਕੋਈ ਮੈਚ ਖੇਡਿਆ ਕੋਈ ਵੀ ਪਲੇਅਰ ਜਿੰਨੇ ਵੀ ਪੁਰਾਣੇ ਭਾਈ ਜਿੰਨੇ ਨਹੀਂ ਖੇਡਣਾ ਭਾਈ ਭੱਟੋ ਜਿੰਨੇ ਸਹੀ ਇਹ ਬਹੁਤ ਜ਼ਿਆਦਾ ਖੇਡੀ। ਪਰ ਹੁਣ ਤੁਹਾਨੂੰ ਪਤਾ ਕੋਈ ਵੀ ਬੰਦਾ ਹੁਣ ਮੈਂ ਉੱਠ ਕੇ ਅੱਜ ਮੈਂ ਅੱਜ ਤੋਂ 5 ਸਾਲ ਬਾਅਦ ਥੋੜੀ ਇਦਾਂ ਨਾ ਹੋਊਗਾ ਜਿੱਦਾਂ ਮੈਂ ਅੱਜ ਗੇਮ ਆ, ਕਿਉਂਕਿ ਫਰਕ ਪੈ ਜਾਂਦਾ ਗੇਮ ਦੇ ਨਾਲ ਸੱਟਾਂ ਪੇਟਾਂ ਨਾਲ। ਪਰ ਉਦੋਂ ਵਧੀਆ ਸੀ ਭਾਈ ਭੱਟੋ ਨਹੀਂ, ਪਰ ਉਹ ਕਬੱਡੀ ਨਹੀਂ ਸੀ ਹਨਾ। ਬਿਲਕੁਲ ਭਾਈ ਵਸੀਮ ਥੋੜਾ ਡਾਊਨ ਸੀ ਉਦੋਂ ਚੱਲਦਾ ਨਾ। ਹਾਂਜੀ ਉਸ ਤੋਂ ਬਾਅਦ ਮੈਂ ਸੀ ਭਾਈ ਅਕਮਲ ਸੀ ਕਲੱਬ ਦੇ ਵਿੱਚ ਹਾਂਜੀ ਤੇ ਜਾਬਰ ਸੀਗਾ ਹਨਾ ਵੀ ਅਸੀਂ ਖੇਡਦੇ, ਪਰ ਸਾਡੇ ਤੋਂ ਕੋਈ ਨਾ ਕੋਈ ਭਾਈ ਅਕਮਲ ਨੂੰ ਕੋਈ ਕੰਮ ਪੈ ਗਿਆ ਭਾਈ ਨਹੀਂ ਮੈਚ ਤੇ ਜਾਂ ਜਾਬਰ ਨੂੰ ਪੈ ਗਿਆ ਨਾ ਮੈਚ, ਮੇਨ ਮੈਂ ਇਕੱਲਾ ਫਸ ਜਾਂਦਾ ਸੀ, ਬਾਕੀ ਮੇਰੇ ਨਾਲ ਹੁੰਦੇ ਸੀ ਇਕੱਲੇ ਦੇ ਸਿਰ ਤੇ ਵੀ ਮਾਸ਼ਾਅੱਲਾ ਟੀਮ ਚਲਾਈ। ਮੈਚ ਇੰਨੇ ਹੁੰਦੇ ਨਾ ਭਾਈ ਦੇ ਬੁਕਿੰਗ ਕਿ ਕਈ ਵਾਰੀ ਮਤਲਬ ਕਿ ਜੇ ਇੱਕ ਮਹੀਨੇ ਚ ਘੱਟੋ ਘੱਟ 50 ਬੁਕਿੰਗ ਹੁੰਦੀ ਮੈਚ ਦੀ। ਸਹੀ ਸਾਨੂੰ ਪਤਾ ਅਸੀਂ ਖੇਡਦੇ ਆ ਭਾਜੀ ਕੋਲ ਇੰਨਾ ਮੈਚ ਹੁੰਦਾ ਕਿ ਭਾਈ ਨੂੰ ਬੰਦੇ ਨਹੀਂ ਲੱਭਦੇ, ਮੈਚ ਤੇ ਕਿਹਨੂੰ ਕਲਾਵਾਂ। ਹਾਂਜੀ ਮੈਚ ਵੀ ਕਲੱਬ ਦਾ ਹੋਣਾ ਡੇਲੀ ਹੋਣਾ ਤੇ ਜਾਣਾ ਵੀ ਡੇਲੀ, ਖੇਡਣਾ ਵੀ ਰੋਜ਼ਾਨਾ। 2000 ਭਾਈ ਮੈਂ 19 ਜਦੋਂ ਮੈਂ ਆ ਮੈਚ ਖੇਡਿਆ ਨਾ, ਮੇਰੇ ਖਿਆਲ ਅਪ੍ਰੈਲ ਮਈ ਚ ਖੇਡਿਆ। ਉਸ ਤੋਂ ਬਾਅਦ 20 ਤੱਕ 1.5 ਸਾਲ ਮੈਨੂੰ ਨਹੀਂ ਲੱਗਦਾ ਮੇਰੇ ਜੇ ਗਿਣ ਕੇ ਵੀ ਛੁੱਟੀਆਂ ਹੋਈਆਂ 1.5 ਸਾਲ ਚ ਕੋਈ 7 ਤੋਂ 8 ਹੋ ਗਈਆਂ ਡੇਲੀ ਮੈਚ ਲਗਾਤਾਰ। ਡੇਲੀ ਭਾਈ ਨੇ ਜਾਣਾ ਤੇ ਮੈਚ ਜਿੱਦਾਂ ਹੋਣਾ, ਮੈਚ ਸਟਾਰਟ ਹੋਣਾ 5-6 ਮਿੰਟ ਮੈਚ ਸ਼ੁਰੂ ਹੋਣਾ। ਹਾਂਜੀ ਜੇ 2 ਨੰਬਰ ਸਾਡੇ ਥੱਲੇ ਲੱਗ ਗਏ ਆ, ਜੇ ਤੇ ਉੱਤੇ ਲੱਗੇ ਆ 5-4 ਨੰਬਰ ਆ, ਹਾਂਜੀ ਹਾਂਜੀ ਫਿਰ ਮੇਰਾ ਸਾਹ ਨਿਕਲਦਾ ਰਹਿਣਾ। ਨਹੀਂ ਤੇ ਦੂਸਰ ਤੇ ਜਿੱਦਾਂ ਹੀ 2 ਪੁਆਇੰਟ ਥੱਲੇ ਲੱਗੇ ਭਾਈ ਨਿਕਲਣਾ, ਚੱਲ ਵੀ ਪੁੱਤ ਦੂਸਰ ਤੋਂ ਸ਼ੁਰੂ ਹੋ ਜਾ ਸ਼ੁਰੂ। ਭਾਜੀ ਇੱਕ ਜਾਫੀ ਆਪਣੇ ਜਿਹੜੇ ਆਪਣੇ ਮੁਲਕ ਦੇ ਟੌਪ ਜਾਫੀ, ਉਹ ਵੀ ਗੱਲ ਅਸੀਂ ਸ਼ੌਕਤ ਭਾਜੀ ਦਾ ਵੀ ਕੀਤਾ ਇੰਟਰਵਿਊ। ਹਾਂਜੀ ਉਹ ਅਕਸਰ ਮਤਲਬ ਉਹ ਇਤਰਾਜ਼ ਕਹਿ ਲੋ ਜਾਂ ਉਹ ਕਹਿੰਦੇ ਆ ਕਿ ਯਾਰ ਤੇਲ ਔਰ ਬਾਮ ਇਹ ਨਹੀਂ ਰੁਕਦੀ ਹੈਗੀ ਸਾਨੂੰ, ਇਹ ਮਤਲਬ ਪਾਕਿਸਤਾਨ ਚ ਬੜਾ ਮਸਲਾ, ਬੜੇ ਬੜੇ ਕੱਪਾਂ ਦੇ ਕਹਿੰਦਾ ਸਾਨੂੰ ਮਸਲੇ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਭਾਈ ਜਿਹੜੀ ਚੀਜ਼ ਮਾੜੀ ਆ ਉਹ ਮਾੜੀ ਆ ਨਾ, ਆਪਾਂ ਵੀ ਇਸ ਗੱਲ ਨਾਲ ਕਰਦੇ ਆ ਨਾ ਵੀ ਕਿਉਂਕਿ ਬਾਹਰ ਇੰਟਰਨੈਸ਼ਨਲ ਲੈਵਲ ਤੇ ਕਿਤੇ ਵੀ ਘੱਟ ਇਸਤੇਮਾਲ ਹੁੰਦਾ। ਹਾਂਜੀ 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 ਤੁਸੀਂ ਤਾਂ ਘੱਟ ਇਸਤੇਮਾਲ ਹੁੰਦਾ ਕਿਤੇ ਬਹੁਤ ਜ਼ਿਆਦਾ, ਕਿਤੇ ਕੈਨੇਡਾ ਸ਼ਾਇਦ ਹੁੰਦਾ, ਕਿਉਂਕਿ ਅਸੀਂ ਇੰਗਲੈਂਡ ਖੇਡਿਆ 3 ਸਾਲ ਉੱਥੇ ਨਹੀਂ ਹੁੰਦਾ। ਠੀਕ ਹੈ। ਪਾਕਿਸਤਾਨ 'ਚ ਵੀ ਜਿੱਦਾਂ ਹੀ ਦੇਖ ਲਓ ਜਦੋਂ ਜ਼ਰੂਰਤ ਆ, ਹੁਣ ਸਰਦੀ ਦੇ ਵਿੱਚ ਜਾ ਕੇ ਜ਼ਰੂਰਤ ਬਣਦੀ, ਕਿਉਂਕਿ ਸਰਦੀ ਹੁੰਦੀ ਆ, ਹਾਂਜੀ ਪਸੀਨਾ ਨਹੀਂ ਆਉਂਦਾ, ਲੱਗਦੀ ਨਹੀਂ। ਹਾਂਜੀ ਹਾਂਜੀ ਅਸੀਂ ਵੀ ਨਹੀਂ ਲਾਉਂਦੇ, ਇਹ ਹਕੀਕਤ ਆ। ਸਹੀ ਸਹੀ ਤੇਲ ਬੰਮ ਅਸੀਂ ਵੀ ਲਾਉਂਦੇ ਆ, ਇਹ ਨਹੀਂ ਕਿ ਅਸੀਂ ਨਹੀਂ ਲਾਉਂਦੇ। ਅੱਛਾ ਭਾਜੀ ਤਾਂ ਹੁਣ ਮਜਬੂਰੀ ਕੀ ਬਣ ਗਈ ਆ ਨਾ ਵੀ ਇੱਕ ਤੇ ਕਮੇਟੀ ਕੋਈ ਨਹੀਂ ਰੱਖਣ ਵਾਲਾ ਹਨਾ। ਠੀਕ ਹੈ। ਪਾਕਿਸਤਾਨ ਦੇ ਵਿੱਚ ਉਹ ਵੀ ਟੂਰਨਾਮੈਂਟ ਹੈਗੇ ਜਿੱਥੇ ਨਹੀਂ ਲੱਗਦੀ, ਪਰ ਉਹ ਸਾਡੇ ਨਾਲ ਸ਼ੇਅਰ ਕਰੋ ਨਾ ਕਿਹੜੇ ਕਿਹੜੇ ਬਾਵੇ ਚੱਕ ਟੂਰਨਾਮੈਂਟ ਆ। ਅੱਛਾ ਨਹੀਂ ਲੱਗਦੀ। ਅੱਛਾ ਉਸ ਤੋਂ ਇਲਾਵਾ ਕਈ ਮਤਲਬ ਕਿ ਜਿਹੜੇ ਜਿੱਦਾਂ ਵਧੀਆ ਆਪਣਾ ਨਨਕਾਣਾ ਭਾਈ ਬਲਾਲ ਗੱਲ ਹੁਣੀ ਕਰਾਉਂਦੇ ਉੱਥੇ ਨਹੀਂ ਲੱਗਦੀ, ਭਾਈ ਬਾਸ ਕਰਾਉਂਦਾ ਉੱਥੇ ਨਹੀਂ ਲੱਗਦੀ। ਉਸ ਤੋਂ ਇਲਾਵਾ ਇਸ ਤਰ੍ਹਾਂ ਦੇ ਲੈਵਲ ਦੇ ਟੂਰਨਾਮੈਂਟ ਨਹੀਂ ਲੱਗਦੀ। ਉਸ ਤੋਂ ਇਲਾਵਾ ਪਿੰਡਾਂ ਥਾਵਾਂ ਦੇ ਕਈ ਮੈਚ ਐਸੇ ਅਸੀਂ ਮਤਲਬ ਕਿ ਹੁਣ ਇਦਾਂ ਕਹਿ ਨਹੀਂ ਯਾਦ ਨਹੀਂ ਨਾ। ਹਾਂਜੀ ਉੱਥੇ ਨਹੀਂ ਲੱਗਦੇ ਉਹ ਕੰਟਰੋਲ। ਕਿਤੇ ਨਾ ਕਿਤੇ ਚੱਕਰ ਇਹ ਪੈ ਜਾਂਦਾ ਭਾਜੀ ਕਿ ਜਦੋਂ ਅਸੀਂ ਮੈਚ ਤੇ ਜਾਂਦੇ ਆ ਨਾ ਤੇ ਵੀ ਜਿਨ੍ਹਾਂ ਦਾ ਟੂਰਨਾਮੈਂਟ ਹੁਣ ਤੁਹਾਡਾ ਟੂਰਨਾਮੈਂਟ ਆ, ਤੁਸੀਂ ਐਲਾਨ ਕਰਤਾ ਕਿ ਬਾਮ ਨਹੀਂ ਲਾਉਣੀ, ਬੰਦ ਆ ਜੀ, ਠੀਕ ਆ। ਇੱਕ ਟੀਮ ਦੇ ਪਲੇਅਰਾਂ ਨੇ ਵਿੱਚੋਂ ਇੱਕ ਨੇ ਲਾ ਲਈ, ਦੂਸਰੇ ਪਾਸੋਂ ਦੋਵਾਂ ਨੇ ਲਾ ਲਈ, ਉਹ ਫਿਰ ਨਿਜ਼ਾਮ ਚੱਲਿਆ ਰਹਿੰਦਾ। ਕਹਿੰਦੇ ਕਿ ਅਸੀਂ ਨਹੀਂ ਲਾਈ, ਉਹ ਕਹਿੰਦਾ ਸਾਫ਼ ਕਰ ਲਓ, ਕਹਿੰਦੇ ਅਸੀਂ ਨਹੀਂ ਲਾਈ ਸਾਨੂੰ ਸਾਫ਼ ਕਰ ਲਓ। ਦੂਸਰੇ ਪਲੇਅਰ ਜਾਫੀ ਕਹਿੰਦੇ ਜੀ ਬੰਦ ਕੀਤੀ ਸੀ ਇਹਨਾਂ ਨੇ, ਰੌਲਾ ਪੈ ਜਾਂਦਾ। ਜਿੱਦਾਂ ਰੌਲਾ ਪੈ ਗਿਆ ਮੈਚ ਡਿਸਟਰਬ ਹੁੰਦਾ। ਫਿਰ ਜਿੰਨੇ ਬੰਦੇ ਨੇ ਕਰਾਇਆ ਹੁੰਦਾ ਉਹ ਕਹਿੰਦਾ ਯਾਰ ਮੈਚ ਖੇਡੋ ਜੋ ਮਰਜ਼ੀ ਕਰੋ, ਪਰ ਮੈਚ ਖੇਡੋ। ਬਿਲਕੁਲ ਉਹ ਫਿਰ ਉਹਨਾਂ ਦੀ ਮਜਬੂਰੀ ਹੈ ਮੈਚ ਕਰ। ਕਮੇਟੀ ਦੀ ਮਤਲਬ ਕਹਿ ਲਓ, ਮਤਲਬ ਕਿ ਕਮੇਟੀ ਜਿਹੜੀ ਇੰਤਜ਼ਾਮੀਆ ਨਾ ਉਹਨਾਂ ਦੀ ਵਜ੍ਹਾ ਤੋਂ ਹਨਾ, ਉਹ ਅਗਰ ਚਾਹਣ ਤਾਂ ਰੁਕ ਸਕਦੀ ਹੈ। ਚਾਹਣ ਹਾਂ ਪੂਰੀ ਦੇਖੋ ਜਿੱਦਾਂ ਚਲੋ ਇੱਕ ਆਪਾਂ ਫੈਡਰੇਸ਼ਨ ਸਿਸਟਮ ਆਪਣੇ ਜਿੱਦਾਂ ਥੋੜਾ ਵੀਕ ਆ ਨਾ। ਹਾਂਜੀ ਹਾਂਜੀ ਵੀ ਫੈਡਰੇਸ਼ਨ ਬਹੁਤ ਜ਼ਿਆਦਾ ਇਨਵੋਲਵ ਨਹੀਂ ਹੈ ਆਪਣੇ ਜਿਹੜੇ ਪਿੰਡ ਰੂਲਸ ਐਂਡ ਰੈਗੂਲੇਸ਼ਨ ਦੇ ਵਿੱਚ। ਹਾਂਜੀ ਵੀ ਤੁਸੀਂ ਜੇ ਇੰਡੀਆ 'ਚ ਮੰਨ ਕੇ ਚੱਲਦੇ ਆ ਨਾ ਵੀ ਆਪਾਂ ਉੱਥੇ ਫੈਡਰੇਸ਼ਨ ਆ, ਜਿਹੜੇ ਵੀ ਜਿਸ ਪਿੰਡ 'ਚ ਟੂਰਨਾਮੈਂਟ ਹੋਣਾ, ਇੱਕ ਤੇ ਆਪਣੇ ਸਿੰਗਲ ਮੈਚ ਆ ਨਾ ਜ਼ਿਆਦਾ, ਵੀ ਆਪਣੇ ਟੂਰਨਾਮੈਂਟ ਨਹੀਂ ਹੈਗਾ ਵੀ 8-10 ਟੀਮਾਂ ਰੱਖ ਕੇ 5-6 ਟੀਮਾਂ ਰੱਖ ਕੇ ਉੱਥੇ ਇਦਾਂ ਚੱਕਰ ਆ ਕਿ ਜੇ ਆਪਾਂ ਵੀ ਜੇ ਫੈਡਰੇਸ਼ਨ ਆ ਨਾ, ਫੈਡਰੇਸ਼ਨ ਦੇ ਅੰਡਰ ਹੋਊ ਜਿਹੜਾ ਵੀ ਟੂਰਨਾਮੈਂਟ, ਜੇ ਇਸ ਬੰਦੇ ਨੇ ਵੀ ਕਰਾਉਣਾ ਫੈਡਰੇਸ਼ਨ ਨੂੰ ਟੱਚ ਉਹਦੇ ਰੂਲਸ ਦੇ ਤਹਿਤ ਹੋ, ਉਹਦੇ ਰੂਲਸ ਜੇ ਆਪਣੇ ਵੀ ਇਦਾਂ ਫੈਡਰੇਸ਼ਨ ਆ ਜਾਵੇ ਹਨਾ ਵਧੀਆ ਕੰਟਰੋਲ ਹੋ ਸਕਦਾ, ਫਿਰ ਕੰਟਰੋਲ ਹੋ ਸਕਦਾ। ਬਾਕੀ ਚੀਜ਼ ਰਹੀ ਜਿਹੜੀ ਇਹ ਤੇਲ ਬਾਮ, ਹਾਂ ਦੇਖੋ ਭਾਈ ਜਾਫੀ ਵਾਸਤੇ ਤਾਂ ਬਹੁਤ ਜ਼ਿਆਦਾ ਫਰਕ ਪੈ ਜਾਂਦਾ। ਹਾਂਜੀ 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 ਬਹੁਤ। ਅਸੀਂ ਹਾਲਾਂਕਿ ਅਸੀਂ ਰੇਡਰ ਆ, ਪਰ ਜਿਹੜੀ ਚੀਜ਼ ਮਾੜੀ ਅਸੀਂ ਵੀ ਮੰਨਦੇ ਮਾੜੀ ਆ ਹਨਾ, ਬਿਲਕੁਲ ਜਿਹੜੀ ਅਸੀਂ ਵੀ ਇਸਤੇਮਾਲ ਕਰਦੇ ਆ ਗਲਤ ਕੰਮ। ਯਾਨੀ ਤੁਹਾਡੇ ਮੈਂ ਹੁਣ ਆਪਣੇ ਨਾਜ਼ਰੀਨ ਨੂੰ ਦੱਸਦਾ ਕਿ ਅਗਰ ਕਮੇਟੀ ਚਾਵੇ, ਕਿਉਂਕਿ ਕਈ ਟੂਰਨਾਮੈਂਟ ਭਾਜੀ ਉਹਨਾਂ ਨੇ ਦੱਸਿਆ ਉਹਨਾਂ ਤੇ ਕੰਟਰੋਲ ਹੋ ਰਿਹਾ, ਤੇ ਹਰ ਪਾਸੇ ਕੰਟਰੋਲ ਹੋ ਸਕਦੀ ਅਗਰ ਕਮੇਟੀ ਚਾਵੇ। ਬਿਲਕੁਲ ਬਿਲਕੁਲ ਭਾਜੀ। ਗਰਾਊਂਡ ਦੇ ਜਿਹੜੇ ਬੈਲੈਂਸ ਆ ਉਹਦੇ ਤੇ ਵੀ ਆਪਣੇ ਪਲੇਅਰ ਗੱਲ ਕਰਦੇ, ਅਸੀਂ ਸੁਣਿਆ ਕਿ ਇੰਜਰੀਆਂ ਦਾ ਸ਼ਿਕਾਰ ਹੁੰਦੇ, ਕਿਉਂਕਿ ਅਸੀਂ ਇੰਡੀਅਨ ਪੰਜਾਬ ਵਿੱਚ ਦੇਖਦੇ ਆ ਕਿ ਉਹ ਨਾਲ ਦੀ ਨਾਲ ਬੈਲੈਂਸ ਕਰਦੇ ਆ ਗਰਾਊਂਡ ਆਪਣੇ। ਹੁਣ ਤੁਸੀਂ ਸੁਪਰਸਟਾਰ ਆ, ਇੱਕ ਮਤਲਬ ਖੇਤ ਵਿੱਚ ਮੈਚ ਹੋ ਰਿਹਾ, ਉਹ ਗਰਾਊਂਡ ਬੈਲੈਂਸ ਨਹੀਂ ਹੁੰਦਾ,
ਉਹ ਇੰਜਰੀ ਦਾ ਸ਼ਿਕਾਰ ਹੁੰਦੇ ਆ ਉਹਦੇ ਬਾਰੇ। ਇਹ ਹਕੀਕਤ ਆ। ਦੇਖੋ ਮੈਂ ਪਹਿਲੇ ਵੀ ਕਿਹਾ ਕਿ ਅਗਰ ਕੋਈ ਮੇਨ ਇੱਕ ਫੈਡਰੇਸ਼ਨ ਜਾਂ ਚਲੋ ਆਪਾਂ ਫੈਡਰੇਸ਼ਨ ਨਹੀਂ ਕਹਿ ਸਕਦੇ ਨਾ, ਆਪਾਂ ਕੋਈ 8-10 ਬੰਦੇ ਕਮੇਟੀ ਕਹਿ ਸਕਦੇ। ਹਾਂਜੀ ਹਾਂਜੀ। ਜੇ ਉਹ 8-10 ਕਮੇਟੀ ਦੇ ਬੰਦੇ, ਹੁਣ ਕਈ ਵਾਰੀ ਇਦਾਂ ਹੁੰਦਾ ਮੈਚ ਤੇ ਜਾਈਦਾ ਵਧੀਆ ਗਰਾਊਂਡ ਬਣੀ ਹੁੰਦੀ, ਹਾਂਜੀ ਇੱਕ ਮੈਚ ਤੇ ਜਾਈਦਾ ਐ ਜਿੱਦਾਂ ਪੱਕਾ ਫਰਸ਼ ਹੁੰਦਾ ਇਦਾਂ ਦੀ ਗਰਾਊਂਡ ਹੁੰਦੀ। ਹਾਂਜੀ ਅਸੀਂ ਰੇਡਰਾਂ ਸਾਨੂੰ ਤੇ ਸੌਖਾ, ਪਰ ਜਾਫੀ ਉੱਥੇ ਕੀ ਕਰ ਵਿਚਾਰਾ, ਜਾਫੀ ਕੀ ਕਰੇਗਾ। ਇੱਕ ਮੈਚ ਤੇ ਜਾਈਦਾ ਉੱਥੇ ਇੰਨੀਆਂ ਲੱਤਾਂ ਖੁੱਬਣੀਆਂ ਨੇ, ਰੂਟਾ ਇੰਨਾ ਵੱਜਾ। ਹਾਂਜੀ ਹਾਂਜੀ ਜਾਪੀਆਂ ਵਾਸਤੇ ਤਾਂ ਸਹੀ ਆ, ਸਾਈ ਉੱਥੇ ਸਾਈ ਉੱਥੇ ਕੀ ਕਰੇਗਾ, ਬੈਲੈਂਸ ਹੋਣਾ ਚਾਹੀਦਾ। ਜਿਹੜਾ ਦੇਖਣ ਵਾਲਾ ਬੰਦਾ ਨਾ, ਉਹਨੇ ਨਹੀਂ ਦੇਖਣਾ ਕਿ ਗਰਾਊਂਡ ਸਹੀ ਨਹੀਂ ਸੀ, ਬਾਮ ਲੱਗੀ ਸੀ ਨਹੀਂ ਲੱਗੀ, ਉਹਨੇ ਓਨਲੀ ਇਹ ਦੇਖਣਾ ਕਿ ਕਲੀਮ ਨੂੰ ਚਾਰ ਜੱਫੇ ਹੋ ਗਏ, ਇਹੀ ਗੱਲ ਸੀ। ਹਾਂਜੀ ਤੇ ਇਹ ਚੀਜ਼ ਨੂੰ ਕੋਈ ਨਹੀਂ ਦੇਖਦਾ। ਹਾਂਜੀ ਫਿਰ ਅਸੀਂ ਉੱਥੇ ਜਾ ਕੇ ਕਹੀਦਾ ਵਾ ਕਿ ਯਾਰ ਅਸੀਂ ਨਹੀਂ ਖੇਡਦੇ ਆ ਗਰਾਊਂਡ ਦੇ ਵਿੱਚ, ਫਿਰ ਉਹ ਮਿੰਨਤਾਂ ਕਰਨ ਲੱਗ ਜਾਣਗੇ, ਕੋਚ ਕਹਿਣ ਲੱਗ ਜੂ ਯਾਰ ਨਹੀਂ ਖੇਡਣਾ ਯਾਰ, ਮਜਬੂਰੀ ਬਣ ਜਾਂਦੀ। ਮਜਬੂਰੀ ਬਣ ਜਾਂਦੀ। ਹੁਣ ਮੈਂ ਕਹਿੰਦਾ ਕਿ ਇੱਕ ਪਤਾ ਨਹੀਂ ਇੱਧਰ ਕਿਸੇ ਅਸੀਂ ਮੈਚ ਤੇ ਗਏ, ਇੱਧਰ ਹੀ ਸਾਈਡ ਤੇ ਚੀਚਾ ਪਤਾ ਨਹੀਂ ਮੇਬੀ ਇੱਧਰ ਕਿਸੇ, ਮੈਨੂੰ ਹੁਣ ਕਨਫਰਮ ਨਹੀਂ। ਹਾਂਜੀ ਤੇ ਉੱਥੇ ਜਿੱਦਾਂ ਉਹਨਾਂ ਨੇ ਨਾ ਆ ਝੋਨੇ ਦਾ ਵੱਢ ਸੀ, ਮੇਰੇ ਖਿਆਲ ਉਹਨੂੰ ਹੱਲਾ ਮਾਰ ਕੇ ਤੇ ਉਹਦੇ ਵਿੱਚ ਨਾ ਸੁਹਾਗਾ ਮਾਰਿਆ, ਤੇ ਏਡੇ ਏਡੇ ਮੋਟੇ ਰੋੜੇ ਤੇ ਵਿੱਚ ਉਹ ਬੂਝੇ ਜੇ ਝੋਨੇ ਦੇ। ਰਾਤ ਦਾ ਮੈਚ ਸੀਗਾ। ਹੁਣ ਅਸੀਂ ਉੱਥੇ ਕਹੀਏ ਖੇਡਣਾ ਨਹੀਂਗਾ ਵੀ ਆ ਗਰਾਊਂਡ ਨਹੀਂ ਹੈਗਾ ਜੇ ਇੱਥੇ ਕਿਸੇ ਦੇ ਸੱਟ ਪੇ ਲੱਗੀ, ਪਰ ਉਹ ਮਿੰਨਤਾਂ ਕਰੀ ਜਾਣ ਵੀ ਯਾਰ ਹੁਣ ਖੇਡ ਲਓ, ਹੁਣ ਦੁਬਾਰਾ ਇੰਨਾ ਸਿਸਟਮ ਨਹੀਂ ਹੋ ਸਕਦਾ ਇਦਾਂ ਉਦਾਂ। ਇਹ ਚੀਜ਼ ਵੀ ਹੈਗੀ ਆ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਨਾ, ਆਪਣੇ ਗਰਾਊਂਡ ਦੀ ਹੈ ਨਹੀਂ ਕੋਈ। ਮਤਲਬ ਜੇ ਤਾਂ ਪਲੇਅਰ ਆ ਨਾ, ਜੇ ਤਾਂ ਕੋਈ ਰੇਡਰ ਆ ਉਹ ਆਪਣੇ ਪਿੰਡ ਮੈਚ ਕਰਾ ਰਿਹਾ, ਉਹ ਰੇਡਰ ਵਾਲੀ ਗਰਾਊਂਡ ਬਣਾ ਲੂ। ਜੇ ਕੋਈ ਜਾਫੀ ਆ ਉਹ ਜਾਫੀ ਵਾਲੀ ਗਰਾਊਂਡ ਬਣਾ ਲੂ, ਕਿਉਂਕਿ ਹਰ ਬੰਦੇ ਨੇ ਆਪਣਾ ਫਾਇਦਾ ਦੇਖਣਾ। ਉਹਨਾਂ ਦੀ ਜਗ੍ਹਾ ਅਸੀਂ ਵੀ ਇਹੀ ਕੰਮ ਕਰਾਂਗੇ। ਇਹ ਨਹੀਂ ਕਹਿੰਦੇ ਕਿ ਅਸੀਂ ਪੂਰਾ ਇਨਸਾਫ ਕਰਾਂਗੇ, ਕਿਉਂਕਿ ਚੱਲਦਾ ਹੀ ਇਹ ਆ। ਲੇਕਿਨ ਕਮੇਟੀ ਭਾਜੀ ਇੱਕ ਹੋਵੇ ਕੋਈ ਏਦਾਂ ਦੀ ਸ਼ਾਰਟ ਲੈਵਲ ਤੇ ਵੀ, ਦਿਹਾਤ ਲੈਵਲ ਤੇ ਵੀ, ਜਿਹੜਾ ਇਹ ਚੀਜ਼ਾਂ ਕੰਟਰੋਲ ਕਰੇ, ਕਿਉਂਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹਨਾਂ ਦੀ ਮਿਹਨਤ ਹੈ, ਇਹਨਾਂ ਦੇ ਪਿੱਛੇ ਬਹੁਤ ਸਟਰਗਲ ਹੈ। ਐਵੇਂ ਨਹੀਂ ਪੂਰੀ ਦੁਨੀਆ 'ਚ ਖੇਡਦੇ। ਹੁਣ ਇੱਕ ਗਰਾਊਂਡ, ਇੱਕ ਲੋਕਲ ਟੂਰਨਾਮੈਂਟ ਤੇ ਗਰਾਊਂਡ ਦੀ ਵਜ੍ਹਾ ਤੋਂ ਅਗਰ ਇੰਜਰਡ ਹੋਣ ਸਾਡੇ ਸੁਪਰਸਟਾਰ ਤੇ ਫੇਰ ਇਹ ਜ਼ਿਆਤੀ ਆ। ਕਿ ਅਸੀਂ ਵੀ ਇਹ ਭਾਜੀ, ਤੁਸੀਂ ਵੀ ਕੋਈ ਕਮੇਟੀ ਦੇ ਬਾਰੇ 'ਚ ਮੈਂ ਇਹ ਕਹਿਣਾ ਚਾਹੁੰਦਾ ਕਿ ਕੋਈ ਵੀ, ਜਿੱਦਾਂ ਪਹਿਲੀ ਤੇ ਮੇਰੀ ਰਿਕਵੈਸਟ ਆ ਕਿ ਆਪਣੀ ਜਿਹੜੀ ਫੈਡਰੇਸ਼ਨ ਆ ਕਿ ਉਹਨੂੰ ਇਨਵੋਲਵ ਹੋਣਾ ਚਾਹੀਦਾ, ਉਹਨੂੰ ਇਸ ਲੈਵਲ ਤੇ ਇਸ ਤਰ੍ਹਾਂ ਟੱਚ ਹੋਣਾ ਚਾਹੀਦਾ ਕਿ ਜਿੱਥੇ ਵੀ ਟੂਰਨਾਮੈਂਟ ਹੋਵੇ ਫੈਡਰੇਸ਼ਨ ਮਤਲਬ ਕਿ ਟੱਚ ਹੋ ਕੇ ਹੋਵੇ। ਫੈਡਰੇਸ਼ਨ ਬਕਾਇਦਾ ਜਿਹੜੇ ਬੰਦੇ ਆ ਹਾਇਰ ਕਰੇ, ਜਿਹੜੀ ਇੱਕ ਕਮੇਟੀ ਬਣੇ ਜਿਹੜੀ ਗਰਾਊਂਡ ਬਣਾਵੇ, ਦੂਸਰੀ ਕਮੇਟੀ ਜਿਹੜੀ ਦੂਸਰੇ ਰੂਲਸ ਬਣਾਵੇ, ਉਹ ਪੂਰੀ ਕਮੇਟੀ ਉੱਥੇ ਵੀ ਦੇਖਭਾਲ ਕਰੇ ਨਾ, ਵੀ ਜਿਹੜੀ ਗਰਾਊਂਡ ਵਾਲੀ ਕਮੇਟੀ ਗਰਾਊਂਡ ਉਹ ਪਾਸ ਕਰੇ ਜਿੱਥੇ ਵੀ ਟੂਰਨਾਮੈਂਟ ਹੋਣਾ ਹਨਾ। ਪਰ ਕੁਝ ਥੋੜੇ ਜਿਹੇ ਮਾਮਲਾ ਤਾਂ ਜਾਂਦੇ ਫਿਰ ਇਸ ਤਰ੍ਹਾਂ ਐਡਾ ਹਾਈ ਲੈਵਲ ਤੇ ਕੰਮ, ਫਿਰ ਬਜਟ ਦੀ ਪ੍ਰੋਬਲਮ ਆ ਜਾਂਦੀ ਨਾ। ਪਾਕਿਸਤਾਨ 'ਚ ਇੱਕ ਬੰਦਾ ਉਹ ਪਿੰਡ ਤੇ ਮੈਂ ਇੱਕ ਪਿੰਡ 'ਚ ਆਪਣੇ ਮੈਚ ਕਰਾ ਰਿਹਾ ਹਨਾ, ਵੀ ਉਹ ਦੋਵਾਂ ਟੀਮਾਂ ਦਾ ਤੇ ਖਰਚਾ ਅਫੋਰਡ ਕਰ ਲੂ, ਪਰ ਇੰਨੇ ਜਿਹੜੀ ਫੈਡਰੇਸ਼ਨ ਦੇ ਸਾਰੇ ਬੰਦੇ ਉਹਨਾਂ ਚਲੋ ਸਟੈਪ ਤੇ ਲੈਣ ਨਾ ਭਾਜੀ, ਸਟਾਰਟ ਕਰਨ। ਬਾਕੀ ਕੁਝ ਨਹੀਂ, ਜਿੱਦਾਂ ਇਦਾਂ ਕਰ ਸਕਦੇ ਆ ਆਪਾਂ, ਜੇ ਇਹਦਾ ਵੀ ਜਿਹਦੇ ਫੈਸਲਾਬਾਦ ਉਹਦੀ ਲਹਿਦਾ ਕਮੇਟੀ ਬਣ ਜਾਏ, ਹਾਂਜੀ ਜਿੱਦਾਂ ਅਗਲਾ ਜ਼ਿਲ੍ਹਾ ਟੋਬਾ ਉਹਦੀ ਲਹਿਦਾ ਬਣ ਜੇ, ਸਾਹੀਵਾਲ ਦੀ ਲਹਿਦਾ ਬਣ ਜੇ, ਪਰ ਹੋਣਾ ਚਾਹੀਦਾ ਨਿਜ਼ਾਮ ਜਿਹਦੇ ਵਿੱਚ ਗਰਾਊਂਡ ਦੀ ਜ਼ਿਆਦਾ ਹੋਣਾ ਚਾਹੀਦਾ, ਉਸ ਤੋਂ ਬਾਅਦ ਤੇਲ ਬਾਮ ਦਾ ਹੋਣਾ ਚਾਹੀਦਾ। ਡਾਈਟ ਕੀ ਹੋਣੀ ਚਾਹੀਦੀ ਹੈ ਯੰਗਸਟਰਾਂ ਵਾਸਤੇ, ਸਟਾਰਟਿੰਗ ਵਾਸਤੇ ਵੀ, ਔਰ ਜਿਹੜੇ ਉੱਪਰਲੇ ਲੈਵਲ ਤੇ ਖੇਡ ਰਹੇ ਆ ਉਹਨਾਂ ਵਾਸਤੇ ਵੀ, ਕਿਉਂਕਿ ਫੂਡ ਸਪਲੀਮੈਂਟ ਚੱਲ ਰਹੀਆਂ, ਦਵਾਈਆਂ ਖਾ ਰਹੇ ਆ, ਪਤਾ ਨਹੀਂ ਕਿਆ ਕੁਝ ਹੋ ਰਿਹਾ, ਉਹਨਾਂ ਦੇ ਬਾਰੇ ਚ ਕੋਈ ਪੈਗਾਮ ਸਾਡੇ ਪਲੇਟਫਾਰਮ ਦੇ ਥਰੂ। ਭਾਈ ਮੈਂ ਤੇ ਪਹਿਲੇ ਆਪਣੀ ਗੱਲ ਦੱਸਦਾ, ਆਪਾਂ ਕਿਸੇ ਦੀ ਬਾਅਦ ਚੋਂ ਕਰਦੇ ਹਨਾ। ਜਦੋਂ ਸਟਾਰਟ ਕੀਤੀ ਸੀ ਉਦੋਂ ਤਾਂ ਇੰਨੀ ਨੌਲੇਜ ਹੈ ਨਹੀਂ ਸੀਗੀ, ਤੇ ਵੀ ਪਤਾ ਨਹੀਂ ਸੀ ਨਾ ਵੀ ਕਿਹੜੀ ਚੀਜ਼ ਸੈੱਟ ਆ, ਜਾਂ ਬਸ ਉਹ ਵੱਡੇ ਜਿੱਦਾਂ ਆਪਾਂ ਸੁਣਦੇ ਰਹੇ ਵੀ ਦੁੱਧ ਘਿਓ ਤੇ ਦਹੀਂ ਖਾ ਲਿਆ, ਦੁੱਧ ਪੀ ਲਿਆ, ਘਿਓ ਖਾ ਲਿਆ, ਗੋਸ਼ਤ ਖਾ ਲਿਆ। ਹਾਂਜੀ ਹਾਂਜੀ। ਚੱਲ ਛੋਟੇ ਹੁੰਦਿਆਂ ਵੀ ਇੰਨਾ ਆਪਣੀ, ਕਿਉਂਕਿ ਇੰਨਾ ਟ੍ਰੇਨਿੰਗ ਇੰਨਾ ਸੈਟਅਪ ਨਹੀਂ ਹੁੰਦਾ ਨਾ, ਵੀ ਆਪਾਂ ਵੀ ਉਹਦਾ ਟਾਈਮ ਟੇਬਲ ਨਹੀਂ ਬਣਦਾ ਨਾ। ਚਲੋ ਉਦਾਂ ਤੇ ਜਿੱਦਾਂ ਹੀ ਜੋ ਸਵੇਰੇ ਲੱਭ ਗਿਆ ਨਾਰਮਲ, ਆਪਾਂ ਨੂੰ ਪਤਾ ਹੀ ਆਪਣੇ ਘਰਾਂ 'ਚ ਦੇਸੀ ਘਰਾਂ ਦੇ ਵਿੱਚ ਦੁੱਧ ਦਹੀਂ ਸਵੇਰ ਨੂੰ ਚੱਲਦਾ ਨਾ। ਹਾਂਜੀ ਹਾਂਜੀ। ਦੁਪਹਿਰ ਰੋਟੀ ਚੱਲ ਗਈ, ਸ਼ਾਮ ਨੂੰ ਵੀ ਰੋਟੀ ਹੈ ਨਾ, ਨਾਰਮਲ ਜਿਹੜੀ ਰੂਟੀਨ। ਫਰੂਟ ਲੱਭ ਗਿਆ ਕਿਤੇ, ਤੇ ਵੀ ਜਾ ਕਿਤੇ ਗੋਸ਼ਤ ਲੱਭ ਗਿਆ ਨਾ, ਜਿੱਦਾਂ ਨਾਰਮਲ ਘਰ ਰੂਟੀਨ 'ਚ ਪੱਕਦਾ ਹਨਾ। ਉਸ ਤੋਂ ਬਾਅਦ ਜਦੋਂ ਖੇਡਣ ਦਾ ਸੈਟਅਪ ਬਣ ਜਾਂਦਾ ਵੀ ਵਧੀਆ, ਆਪਾਂ ਬਾਹਰ ਨਿਕਲਦੇ ਆ ਨਾ, ਬਾਹਰ ਨਿਕਲ ਕੇ ਜਦੋਂ ਜਾ ਕੇ ਵੱਡੇ ਪਲੇਅਰਾਂ ਦੇ ਨਾਲ ਰਹਿੰਦੇ ਆ, ਉਹਨਾਂ ਦੇ ਨਾਲ ਖੇਡਦੇ ਆ, ਗੇਮ ਕਰਦੇ ਆ, ਫਿਰ ਉੱਥੇ ਜਾ ਕੇ ਥੋੜਾ ਜਿਹਾ ਚੇਂਜ ਆ ਜਾਂਦਾ। ਜਦੋਂ ਕੈਂਪ ਲੱਗਦਾ ਉੱਥੇ ਜਿਹੜੀ ਮਤਲਬ ਕੋ ਡਾਈਟ ਦਿੰਦੇ ਆ ਨਾ, ਤੇ ਵੀ ਜਿੱਦਾਂ ਸਵੇਰੇ ਨਾਸ਼ਤੇ 'ਚ ਉਹਨਾਂ ਨੇ ਜਿਹੜੀ ਚੀਜ਼ ਦੇਣੀ ਆ ਪ੍ਰੋਪਰ, ਉਹ ਜਿੱਦਾਂ ਇੱਕ ਮਹੀਨੇ ਦਾ ਕੈਂਪ ਮੈਨੂ ਬਣ ਜਾਂਦਾ ਨਾ, ਵੀ ਦੁਪਹਿਰ ਦਾ ਤੇ ਜਿੱਦਾਂ ਫਸਟ ਟਾਈਮ ਨਾਸ਼ਤੇ ਦਾ, ਸ਼ਾਮ ਦਾ। ਫਿਰ ਉੱਥੇ ਜਾ ਕੇ ਥੋੜਾ ਚੀਜ਼ਾਂ ਦਾ ਪਤਾ ਲੱਗਦਾ ਨਾ, ਵੀ ਜਦੋਂ ਆਪਾਂ ਬਾਹਰ ਨਿਕਲਦੇ ਆ ਯਾਰ ਕਿਹੜੀ ਚੀਜ਼ ਕਿਸ ਟਾਈਮ ਬਾਡੀ ਨੂੰ ਚਾਹੀਦੀ ਹੈ ਨਾ। ਜੀ ਜੀ। ਵੀ ਸਵੇਰ ਨੂੰ ਕੀ ਚਾਹੀਦਾ, ਦੁਪਹਿਰ ਨੂੰ ਕੋਈ ਚੀਜ਼ਾਂ ਹੁੰਦੀਆਂ ਕਿ ਆਪਾਂ ਜਦੋਂ ਪਹਿਲੇ ਲਈ ਜਾਂਦੇ ਆ ਨਾ, ਆਪਾਂ ਉਹ ਰਾਤ ਨੂੰ ਚੀਜ਼ ਲੈ ਲੈਂਦੇ, ਰਾਤ ਨੂੰ ਆਪਣੇ ਹਾਜ਼ਮੇ 'ਚ ਨਹੀਂ ਹੁੰਦੀ ਹੈ। ਸਹੀ। ਉਹ ਵੀ ਆਪਾਂ ਨੂੰ ਖਰਾਬ ਕਰਦੀ ਹੈ ਨਾ। ਤੇ ਏਦਾਂ ਕਰਕੇ ਜੋ ਪਤਾ ਲੱਗ ਜਾਂਦਾ ਵੀ ਆਹ ਚੀਜ਼ ਜਿਹੜੀ ਹੈਵੀ ਹੈ ਆਪਾਂ ਸਵੇਰ ਟਾਈਮ ਲੈ ਸਕਦੇ ਹਾਂ, ਦੁਪਹਿਰ ਟਾਈਮ ਲੈ ਸਕਦੇ ਹਾਂ, ਜਿਹੜੇ ਰਾਤ ਨੂੰ ਜਿੱਦਾਂ ਲਾਈਟ ਲੈ ਸਕਦੇ ਹਾਂ ਨਾ।
ਇਦਾਂ ਕਰਕੇ ਫਿਰ ਜਦੋਂ ਚੇਂਜ ਹੋ ਜਾਂਦਾ ਫਿਰ ਆਪਣਾ ਤੇ ਚਲੋ ਵੀ ਇੰਨਾ ਜ਼ਿਆਦਾ ਨਹੀਂ ਚੇਂਜ ਹੋਇਆ, ਵੀ ਉਹ ਚੇਂਜ ਹੋਇਆ ਜ਼ਰੂਰ ਆ ਹਨਾ, ਹਾਂਜੀ ਹਾਂਜੀ ਪਰ ਥੋੜਾ ਹੋਇਆ, ਹਾਂਜੀ ਕਿਉਂਕਿ ਇੰਨਾ ਜ਼ਿਆਦਾ ਮਤਲਬ ਕਿ ਮੈਂ ਕੀਤਾ ਨਹੀਂ ਕਦੀ ਵੀ ਜਿਹੜਾ ਠੀਕ ਆ ਜਿਸ ਟਾਈਮ ਜੋ ਲੱਭ ਗਿਆ ਠੀਕ ਆ ਖਾ ਲਿਆ, ਸਹੀ ਇਦਾਂ ਨਹੀਂ ਜਿਸ ਚੀਜ਼ ਨੂੰ ਦਿਲ ਕੀਤਾ ਖਾ ਲਈ, ਬਸ ਰੋਟੀ ਨੂੰ ਦਿਲ ਕੀਤਾ ਰੋਟੀ ਖਾ ਲਈ ਰੱਜ ਕੇ, ਸਹੀ ਬਸ ਇੰਨਾ ਜ਼ਿਆਦਾ ਨਹੀਂ। ਜ਼ਿਆਦਾ ਖੁਰਾਕ ਮਤਲਬ ਫੂਡ ਸਪਲੀਮੈਂਟ ਖਾ ਰਹੇ ਆ ਸਾਡੇ ਨੌਜਵਾਨ ਪਲੇਅਰ, ਜਾਂ ਉਹ ਦਵਾਈਆਂ ਗੋਲੀਆਂ ਖਾ ਰਹੇ ਕਿਤੇ ਨਾ ਜਿੱਦਾਂ ਨੌਲੇਜ ਦੀ ਤਾਂ ਆਪਾਂ ਇੱਕ ਤੇ ਪਹਿਲੀ ਗੱਲ ਆ ਕਿ ਆਪਾਂ ਪੁੱਛਦੇ ਨਹੀਂ ਕਿਸੇ ਨੂੰ ਹਨਾ, ਜੀ 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 ਚੱਲ ਜੇ ਆਪਾਂ ਮੰਨ ਕੇ ਚੱਲੀਏ ਵੀ ਇਹ ਚੀਜ਼ਾਂ ਬਣੀਆਂ ਇਨਸਾਨ ਵਾਸਤੇ ਆ, ਖਾਣ ਵਾਸਤੇ ਬਣੀਆਂ, ਕੋਈ ਵੀ ਚੀਜ਼ ਆ ਖਾਣ ਵਾਸਤੇ ਬਣੀਆਂ, ਪਰ ਉਹਦਾ ਖਾਣ ਦਾ ਤਰੀਕਾ, ਖਾਣ ਦਾ ਟਾਈਮ ਟੇਬਲ ਆ, ਫਿਰ ਉਹਦੇ ਰਿਲੇਟਡ ਐਕਸਰਸਾਈਜ਼ ਰਿਲੇਟਡ ਐਕਸਰਸਾਈਜ਼ ਹਨਾ। ਕੀ ਕਰਦੇ ਆ ਹੁਣ ਆਪਾਂ ਨੂੰ ਇਹ ਤੇ ਦਿਖ ਰਿਹਾ ਕਿ ਫਲਾਨਾ ਪਲੇਅਰ ਇਸ ਲੈਵਲ ਤੇ ਚਲਾ ਗਿਆ, ਪਰ ਇਹ ਨਹੀਂ ਦਿਖ ਰਿਹਾ ਕਿ ਉਹਦੀ ਮਿਹਨਤ ਕਿੰਨੇ ਸਾਲ ਦੀ, ਬਿਲਕੁਲ ਬਿਲਕੁਲ ਇਹ ਦਿਖ ਰਿਹਾ ਕਿ ਬਸ ਉਹ ਇੰਨੇ ਪੈਸੇ ਕਮਾ ਰਿਹਾ, ਇਹ ਨਹੀਂ ਦਿਖ ਰਿਹਾ ਕਿ ਕਿੰਨੀ ਦੇਰ ਦਾ ਲੱਗਾ। ਐਕਸਰਸਾਈਜ਼ ਦੇ ਹਵਾਲੇ ਨਾਲ ਕਿੰਨੀ ਕੁ ਮਿਹਨਤ ਕਰਦੇ ਹੋ, ਕਿੰਨੀ ਐਕਸਰਸਾਈਜ਼ ਆ, ਕੀ ਰੁਟੀਨ ਆ? ਐਕਸਰਸਾਈਜ਼ ਭਾਜੀ ਬਸ ਜਿੱਦਾਂ ਚੇਂਜ ਹੁੰਦਾ ਰਹਿੰਦਾ ਨਾ, ਜਿੱਦਾਂ ਜਦੋਂ ਇੱਥੇ ਹੋਈਦਾ ਉਦੋਂ ਹੋਰ ਰੁਟੀਨ ਹੁੰਦੀ, ਜਦੋਂ ਕੈਂਪ ਲੱਗ ਜਾਂਦਾ ਹੋਰ ਰੁਟੀਨ ਹੋ ਜਾਂਦੀ, ਜਦੋਂ ਬਾਹਰ ਚੱਲ ਜੀਦਾ ਸੀਜ਼ਨ ਤੇ ਉਦੋਂ ਹੋਰ, ਕਿਉਂਕਿ ਸੇਮ ਹੋ ਇੱਥੇ ਕਿੱਦਾਂ ਹੁੰਦੀ ਰੁਟੀਨ, ਇੱਥੇ ਮੈਚ ਚੱਲਦੇ ਆਪਣੇ ਹਨਾ, ਵੀ ਅੱਜ ਮੈਚ ਤੇ ਗਏ, ਰਾਤ ਨੂੰ ਲੇਟ ਆਏ ਆਪਾਂ 11-12 ਵਜੇ ਆਣ ਕੇ ਸੁੱਤੇ ਆ, ਸਵੇਰੇ ਉੱਠੇ ਆ, ਐਕਸਰਸਾਈਜ਼ ਥੋੜੀ ਹੋਣੀ ਭਾਜੀ, ਜੇ 12-1 ਵਜੇ ਸੁੱਤੇ ਉੱਠਿਆ ਨਹੀਂ ਜਾਣਾ, ਉਹ ਤਾਂ ਮੈਚ ਦੀ ਮੈਚ ਅਗਲੇ ਦਿਨ ਮੈਚ ਆ ਹਨਾ, ਵੀ ਚੱਲ ਜੇ ਕੋਈ 4-5 ਦਿਨ ਤਾਂ ਮੈਨੂੰ ਨਹੀਂ ਲੱਗਦਾ ਇੱਥੇ 4-5 ਦਿਨ ਦਾ ਵਕਫਾ ਪੈਣ ਹੀ ਨਹੀਂ ਦਿੰਦਾ ਭਾਈ ਸ਼ਬਾਜ, ਵੀ ਉਦੋਂ ਚੇਂਜ ਹੋ ਜਾਂਦਾ, ਉਦੋਂ ਚੱਲ ਜੇ ਕਿਤੇ 2 ਦਿਨ ਮਿਲ ਗਏ ਉਦੋਂ ਗਰਾਊਂਡ 'ਚ ਚੱਲ ਗਏ, ਸ਼ਾਮ ਨੂੰ ਨਿਆਣਿਆਂ ਨਾਲ ਬਸ ਮਾੜਾ ਜਿਹਾ ਕਰ ਲਿਆ, ਖੇਡ ਲਿਆ ਹਨਾ, ਠੀਕ 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 ਵਾਰਮ ਅਪ ਕੈਂਪ ਲੱਗ ਜਾਂਦਾ, ਫਿਰ ਉੱਥੇ ਸਵੇਰ ਸ਼ਾਮ ਦੀ ਰੁਟੀਨ ਹੁੰਦੀ, ਵੀ ਸਵੇਰ ਦੀ ਜਿਮ ਆ, ਸ਼ਾਮ ਨੂੰ ਗਰਾਊਂਡ ਐਕਸਰਸਾਈਜ਼ ਆ, ਤੇ ਬਾਹਰ ਸੀਜ਼ਨ ਚੱਲਦਾ, ਉੱਥੇ ਫਿਰ ਸੰਡੇ ਦੀ ਸੰਡੇ ਮੈਚ ਹੁੰਦੇ ਆ, ਉੱਥੇ ਵੀ ਜਿੱਦਾਂ ਰੁਟੀਨ ਹੋਰ ਹੋ ਜਾਂਦੀ, 2 ਟਾਈਮ ਕਰ ਲਈ ਦੀ ਵੀ, ਚੱਲ 1 ਦਿਨ ਹਫਤੇ ਨੂੰ ਰੈਸਟ ਕਰਕੇ ਵੀ ਸੰਡੇ ਮੈਚ ਆ, ਸਹੀ ਉੱਥੇ ਰੁਟੀਨ ਚੇਂਜ ਹੋ ਜਾਂਦੀ ਆ। ਰੂਟੀਨ ਚੇਂਜ। ਤੇ ਭਾਜੀ ਇਹ ਪੂਰਾ ਪਾਕਿਸਤਾਨ ਤੁਸੀਂ ਖੇਡਿਆ, ਜੇ ਆਪਾਂ ਪਾਕਿਸਤਾਨ ਲੈਵਲ ਦੀ ਗੱਲ ਕਰ ਰਹੇ ਹਾਂ, ਕਿਹੜਾ ਪਾਕਿਸਤਾਨ ਦਾ ਫੇਵਰਟ ਕੱਪ ਆ? ਕਿਆ ਕਲੀਮ ਭਾਈ ਦਾ ਫੇਵਰਟ ਕਬੱਡੀ ਕੱਪ ਆ, ਜਾਂ 2 ਆ ਜਾਂ 3 ਆ, ਜਿਹੜੇ ਤੁਹਾਨੂੰ ਖੇਡ ਕੇ ਉਹ ਕੱਪ ਟੂਰਨਾਮੈਂਟ ਬੜਾ ਮਜ਼ਾ ਆਉਂਦਾ ਕਿ ਯਾਰ ਇਹ ਕੱਪ ਲੈਵਲ ਦੇ ਆ? ਕੱਪ ਤੇ ਕੋਈ ਵੀ ਤੁਸੀਂ ਜੇ ਕੱਪ ਨੂੰ ਲੈ ਕੇ ਦੇਖੋਗੇ, ਮੈਚ ਲੈ ਕੇ ਦੇਖੋਗੇ, ਜਿਸ ਬੰਦੇ ਨੇ ਖੇਡਣਾ ਨਾ, ਸਾਡੇ ਵਾਸਤੇ ਇੱਕ ਚੀਜ਼ ਹੁੰਦੀ ਹੈ, ਸਾਡੇ ਵਾਸਤੇ ਮੈਚ ਵੀ ਉਨਾ ਹੀ ਪ੍ਰੈਸ਼ਰ ਵਾਲਾ ਹੁੰਦਾ, ਕਿਉਂਕਿ ਅਸੀਂ ਖੇਡਣਾ, ਕਿਉਂਕਿ ਇੱਕ ਨਾਂ ਹੁੰਦਾ, ਨਾਂ ਨੂੰ ਬਚਾਉਣ ਵਾਸਤੇ ਬੜਾ ਕੁਝ ਜ਼ੇਨ ਚ ਹੁੰਦਾ। ਕੱਪ ਨੂੰ ਲੈ ਕੇ ਚਲੋਗੇ ਤੇ ਕੱਪ ਵੀ ਲੈ ਕੇ ਜ਼ੇਨ ਚ ਹੁੰਦਾ ਹਨਾ, ਵੀ ਪ੍ਰੈਸ਼ਰ ਹੁੰਦਾ ਨਾ ਥੋੜਾ ਜਿਹਾ। ਉਦਾਂ ਮੇਰੇ ਸਾਰੇ ਖੇਡਣ ਨੂੰ ਮੈਂ ਸਾਰੇ ਮਤਲਬ ਆਲਮੋਸਟ ਖੇਡੇ ਹੀ ਆ, ਖੇਡੇ ਤਾਂ ਪੂਰੇ ਪਾਕਿਸਤਾਨ ਆ, ਕੋਈ ਪਿੰਡ ਕੋਈ ਕੱਪ ਛੱਡਿਆ ਨਹੀਂ। ਮਤਲਬ ਇੱਕ ਹੁੰਦਾ ਕਿ ਇਹ ਜਿਹੜਾ ਕਰਾਊਡ ਹੈ, ਇਹ ਜਿਹੜਾ ਗਰਾਊਂਡ ਹੈ, ਜਿਹੜਾ ਕਬੱਡੀ ਕੱਪ ਆ, ਉਹ ਮੇਰਾ ਪਸੰਦੀਦਾ, ਇੱਥੇ ਖੇਡ ਕੇ ਮੈਂ ਯਾਰ ਜ਼ਿਆਦਾ ਇੰਜੋਏ ਕਰਦਾ। ਖੇਡਦੇ ਤਾਂ ਮਾਸ਼ਾਅੱਲਾ ਤੁਸੀਂ ਪੂਰੇ ਪਾਕਿਸਤਾਨ। ਜਿਹੜੇ 2-3 ਕੱਪ ਹੁੰਦੇ ਨਨਕਾਣਾ ਸਾਹਿਬ ਜਿਹੜਾ ਆਪਣਾ ਕਰਾਉਂਦੇ ਬਲਾਲ ਗਿੱਲ ਹੋਣੀ, ਉਹ ਵਧੀਆ ਹੁੰਦਾ, ਇੱਕ ਭਾਈ ਬਾਸ ਕਰਾਉਂਦੇ ਉਹ ਹੁੰਦਾ, ਉਸ ਤੋਂ ਇਲਾਵਾ 1-2 ਟੂਰਨਾਮੈਂਟ ਕਮਿਆਣੀ ਹੁੰਦਾ ਜਿਹੜਾ ਸਾਲਾਨਾ ਪੱਕੇ ਟੂਰਨਾਮੈਂਟ ਆ, ਉਹ ਵਧੀਆ ਹੁੰਦਾ। ਉਸ ਤੋਂ ਇਲਾਵਾ ਹੋਰ ਇਦਾਂ ਦੇ ਫਿਕਸ ਜੇ 5-4 ਕੱਪ ਖੇਡੀ ਦੇ। ਇੰਟਰਨੈਸ਼ਨਲ ਕਿੰਨੇ ਮੈਚ ਖੇਡ ਲਏ ਆ ਜਾਂ ਕਿੰਨੇ ਟੂਰਨਾਮੈਂਟ ਤੁਸੀਂ ਖੇਡ ਲਏ ਪਾਕਿਸਤਾਨ ਨੂੰ ਰਿਪਰੈਜ਼ੈਂਟ ਕਰਦੇ ਹੋਏ? ਪਾਕਿਸਤਾਨ ਦੀ ਟੀਮ ਵੱਲੋਂ ਪਾਕਿਸਤਾਨ ਦੇ ਵਿੱਚ ਮੇਰੇ ਖਿਆਲ 2 ਖੇਡੇ ਆ। ਅੱਛਾ। ਇੱਕ 20 ਵਾਲਾ ਵਰਲਡ ਕੱਪ ਜਦੋਂ ਟੀਮ ਦਾ ਹਿੱਸਾ ਸੀ, ਇੱਕ 24 ਦੇ ਆ ਹੁਣ 25 ਦੇ ਵਿੱਚ ਲਾਸਟ ਟਾਈਮ ਥੋੜੇ ਦਿਨ ਪਹਿਲਾਂ ਜਦੋਂ ਟੀਮ ਆਈ ਆ ਇੰਡੀਆ ਆਰਾਂ ਦੀ, ਉਸ ਟਾਈਮ ਇੱਕ ਖੇਡਿਆ ਨਿਊਜ਼ੀਲੈਂਡ ਪਾਕਿਸਤਾਨ ਟੀਮ ਵੱਲੋਂ। ਠੀਕ ਹੈ। ਮਿਸਾਲ ਦੇ ਤੌਰ ਤੇ ਭਾਜੀ ਇੱਕ ਤੁਹਾਨੂੰ ਅਸੀਂ ਸਿਚੁਏਸ਼ਨ ਦਿੰਦੇ ਆ ਕਿ ਪਾਕਿਸਤਾਨ ਵਿੱਚ ਇੰਡੀਆ ਦੀ ਟੀਮ ਆਈ ਹੈ ਜਾਂ ਕੈਨੇਡਾ ਦੀ ਜਿਹੜੀ ਕੋਈ ਮਤਲਬ ਤਗੜੀ ਸਾਈਡ ਆਈ ਹੈ, ਤੁਸੀਂ ਆਪਣੀ ਪਲੇਇੰਗ 11 ਸਾਡੇ ਪਲੇਟਫਾਰਮ ਤੇ ਦੱਸੋ ਕਿ ਇਹ ਮੇਰੇ ਰੇਡਰ ਹੋਣਗੇ, ਇਹ ਮੇਰੇ ਜਿਹੜੇ ਆ ਸਟਾਪਰ ਹੋਣਗੇ। ਪਾਕਿਸਤਾਨ ਦੀ ਟੀਮ ਬਣਾਉਣੀ ਹੈ ਪਾਕਿਸਤਾਨ ਦੀ ਹੀਰਾ ਬੱਟ, ਬਿਨੀਆਮੀਨ, ਬਲਾਲ ਮੋਹਸਨ ਢਿੱਲੋਂ, ਉਸ ਤੋਂ ਬਾਅਦ ਬਸ਼ਰ ਜੱਟ, ਉਸ ਤੋਂ ਬਾਅਦ ਭਾਈ ਸ਼ਫੀਕ ਚਿਸ਼ਤੀ। ਅਸੀਂ ਇੱਕ ਐਡ ਕਰ ਦਿੰਦੇ ਹਾਂ ਜੀ ਕਲੀਮੁੱਲਾ ਜੱਟ 6 ਨਹੀਂ ਉਹਨੇ ਐਂਡ ਤੇ ਕਰ ਲਿਓ। ਅੱਛਾ। ਕਲੀਮੁੱਲਾ ਜੱਟ, ਭਾਈ ਵਿਕਾਸ ਬੱਟ, ਭਾਈ ਅਕਮਲ ਕਰ ਲਓ। ਠੀਕ ਹੈ। 8 ਹੋ ਗਿਆ। 8 ਹੋ ਗਏ। 8 ਰੇਡਰ ਪੂਰੇ ਹੋ ਗਏ ਤੁਹਾਡੇ। ਹੁਣ ਸਟਾਪਰ ਵਾਲੇ ਪਾਸੇ ਆਓ ਭਾਜੀ। ਟਾਪ ਬੈਦੁੱਲਾ, ਉਸ ਤੋਂ ਬਾਅਦ ਆ ਗਿਆ ਅਲੀ ਜ਼ਫਰ, ਨਫੀਸ ਗੁੱਜਰ, ਅਲੀ ਵੜੈਚ, ਰਾਣਾ ਅਲੀ ਸ਼ਾਨ। 5 ਹੋ ਗਏ। ਸ਼ੌਕ ਸੱਪਾਂ ਵਾਲਾ। ਚਲੋ ਫਿਲਹਾਲ ਚਲੋ ਇੰਜਰੀ ਆ, ਪਰ 2 ਲੱਤਾਂ ਵਾਲੇ ਕਰ ਲਈਏ, ਸਾਰੇ ਉੱਤੇ ਵਾਲੀ ਕਰੀਏ। 6 ਹੋ ਗਏ ਆ, ਹੁਣ ਕਿਹੜਾ ਪਾਵਾਂ? ਕਿਹੜਾ ਇੱਕ ਕਰ ਲਓ, ਚਲੋ ਇੱਕ ਕਰ ਲਓ। ਇੱਕ ਰਹਿ ਗਿਆ, ਮੱਛੋ ਪਾ ਦੋ। ਮੱਛੋ ਹੋ ਗਿਆ ਜੀ। ਹੈ ਤੇ ਨਹੀਂ ਖੇਡਣਾ ਪਰ ਪਾ ਦਿਓ, ਕਿਉਂਕਿ ਆਪਾਂ ਸਾਡੇ ਕਬੱਡੀ ਨੂੰ 2 ਪਲੇਅਰਾਂ ਦਾ ਬੜਾ ਨੁਕਸਾਨ ਹੋਇਆ, ਬਹੁਤ ਬੜਾ ਲਾਸ ਸੀ ਕਬੱਡੀ ਵਾਸਤੇ ਵੀ, ਉਹਨਾਂ ਦੇ ਖਾਨਦਾਨ ਵਾਸਤੇ ਤਾਂ ਸ਼ਕੀਲਾ ਜੱਟ ਭਾਈ ਔਰ ਮੁਜ਼ੰਮਲ ਬੂਟਾ ਭਾਈ। ਕਿੱਦਾਂ ਦੇ ਬੰਦੇ ਸੀ, ਤੁਸੀਂ ਤਾਂ ਨਾਲ ਖੇਡੇ ਆ, ਉਹਨਾਂ ਦੀ ਕੋਈ ਯਾਦ ਤਾਜ਼ਾ ਕਰਨਾ ਚਾਹੋ, ਕਿੱਦਾਂ ਨੁਕਸਾਨ ਹੈ ਕਬੱਡੀ ਦਾ? ਨੁਕਸਾਨ ਤੇ ਭਾਈ ਬਹੁਤ ਵੱਡਾ, ਜਿਹੜਾ ਪੂਰਾ ਨਹੀਂ ਹੋ ਸਕਦਾ। ਚਲੋ ਕਬੱਡੀ ਦਾ ਤੇ ਪੂਰਾ ਹੋ ਸਕਦਾ, ਪਰ ਉਹਦੀ ਫੈਮਿਲੀ ਦਾ ਨਹੀਂ ਹੋ ਸਕਦਾ। ਬਿਲਕੁਲ ਬਿਲਕੁਲ। ਤੇ ਪਰ ਸ਼ਕੀਲ ਨਾਲ ਤੇ ਮੇਰਾ ਵੀ ਥੋੜਾ ਟਾਈਮ ਮੈਂ ਭਾਈ ਨਾਲ ਖੇਡਿਆ ਵੀ ਆ ਨਾ, ਤੇ ਭਾਈ ਦੇ ਨਾਲ ਵੀ ਸਫ਼ਰ ਵੀ ਕੀਤਾ, ਭਾਈ ਦੇ ਨਾਲ ਮਸਲ ਕੇ ਬਹਿਣ ਉੱਠਣ ਵੀ। ਤੇ ਸਭ ਤੋਂ ਵੱਡੀ ਮੇਨ ਗੱਲ ਹੈ ਕਿ ਮੈਂ ਲਾਸਟ ਟਾਈਮ ਭਾਈ ਦੀ ਡੈਥ ਤੋਂ ਥੋੜੀ ਦੇਰ ਪਹਿਲਾਂ, ਡੈਥ ਤੋਂ ਨਾ
ਅਸੀਂ ਕਰਾਚੀ ਗਏ ਸੀਗੇ ਮੈਚ ਤੇ। ਅੱਛਾ ਪਰ ਉਹ ਇਦਾਂ ਸੀ ਕਿ ਅਸੀਂ ਕਰਾਚੀ ਗੱਡੀ ਤੇ ਚਲੇ ਗਏ ਕਾਰ ਤੇ ਨਾ। ਅੱਛਾ ਉੱਥੇ ਮੈਚ ਸੀਗਾ ਤੇ ਭਾਈ ਨੂੰ ਅਸੀਂ ਜਾਂਦੇ ਲਿਆ ਸੀਗਾ। ਉਹ ਰਾਹ 'ਚ ਜਾਂਦੇ ਭਾਈ ਦੇ ਸ਼ੁਗਲ ਮਤਲਬ ਕਿ ਮਜ਼ਾਕ, ਇੱਥੇ ਤੱਕ ਕਿ ਮੈਚ ਤੱਕ ਵੀ ਭਾਈ ਸੀਰੀਅਸ ਨਹੀਂ ਸੀਗਾ ਵੀ ਅਸੀਂ ਸਾਰੇ ਮੈਚ ਦੇ ਮਤਲਬ ਕਿ ਤਿਆਰੀ ਕਰਨੇ ਸੀ ਯਾਰ, ਵੀ ਆਪਣੀ ਕਿੱਟ ਦੇਖੋ ਯਾਰ, ਉਹ ਚੀਜ਼ ਲੈ ਲਓ, ਆਹ ਲੈ ਲਓ, ਉਹ ਲੈ ਲਓ। ਉਹ ਇੰਜੋਏ ਭਾਜੀ ਇਕੱਲਾ ਹੈ ਨਹੀਂ ਸੀ ਉੱਤੇ ਘਰ ਦੇ ਵਿੱਚ, ਤੇ ਭਾਜੀ ਕਹਿੰਦਾ ਤੁਸੀਂ ਆ ਜਾਓ, ਮੈਨੂੰ ਫਲਾਨੀ ਜਗ੍ਹਾ ਤੋਂ ਚੁੱਕ ਲਿਓ ਹਨਾ। ਤੇ ਜਦੋਂ ਅਸੀਂ ਰਾਹ 'ਚ ਗਏ ਤਾਂ ਭਾਜੀ ਹਮਾਮ ਤੇ ਸੀਗਾ ਤੇ ਉੱਥੇ ਵਾਲਾਂ ਦੀ ਨਾ ਕਰਨ ਡਿਆ ਸੈਟਿੰਗ। ਤੁਹਾਨੂੰ ਪਤਾ ਭਾਜੀ ਨੇ ਵਾਲ ਜੇ ਰੱਖੇ ਹੁੰਦੇ ਸੀ ਨਾ, ਤੇ ਉਹਦੀ ਤੇ ਅਸੀਂ ਕਿਹਾ ਵੀ ਯਾਰ ਸਾਰਿਆਂ ਨੂੰ ਮੈਚ ਦੀ ਟੈਨਸ਼ਨ ਪਈ ਹੈ ਭਾਜੀ, ਤੂੰ ਮਤਲਬ ਕਿੱਥੇ ਵੀ ਵਾਲਾਂ। ਕਹਿੰਦਾ ਯਾਰ ਮੇਰੀ ਗੱਲ ਸੁਣ, ਜਦੋਂ ਆਪਾਂ ਇਦਾਂ ਜਾ ਕੇ ਉਤਰਾਂਗੇ ਨਾ ਯਾਰ, ਬਣ ਠਾਣ ਕੇ ਲਸ਼-ਪਸ਼ ਕਰਕੇ, ਅਗਲਿਆਂ ਨੂੰ ਪਤਾ ਲੱਗੂ ਵੀ ਬੰਦੇ ਕਾਇਮ ਆ ਪੂਰੇ। ਹਾਂਜੀ ਹਾਂਜੀ ਵੀ ਥੋੜਾ ਜਿਹਾ ਵਧੀਆ ਇੰਪ੍ਰੈਸ਼ਨ ਪਊ ਹਨਾ। ਬਿਲਕੁਲ। ਤੇ ਉਦਾਂ ਭਾਈ ਦੀ ਤਬੀਅਤ ਬਹੁਤ ਜ਼ਿਆਦਾ ਜਿਹੜੀ ਖੁਸ਼ ਮਿਜ਼ਾਜ ਸੀ ਵੀ ਜੇ ਬੱਚਿਆਂ ਦਾ ਬੱਚੇ ਆ ਗਏ ਨਾ ਤੇ ਬੱਚਿਆਂ ਨਾਲ ਹੀ ਭਾਵੇਂ ਉੱਥੇ ਹੀ ਬਾਂਟੇ ਖੇਡਣ ਲੱਗ ਜੇ, ਜੋ ਬੱਚੇ ਕਰ ਰਹੇ ਉਹਨਾਂ ਦੇ ਨਾਲ ਹੀ ਲੱਗ ਜੇ, ਇੰਜੋਏ ਪੂਰਾ। ਤੇ ਮੈਚ ਦੇਖਿਆ ਜਾਵੇ, ਗੇਮ ਦੇਖੀ ਜਾਵੇ ਤੇ ਵਧੀਆ ਪਲੇਅਰ ਸੀ, ਮਤਲਬ ਕਿ ਕੋਈ ਪਤਾ ਨਹੀਂ ਸੀਗਾ ਵੀ ਕਿੱਧਰ ਨੂੰ ਕਰ ਜਾਣਾ। ਭਾਜੀ ਕਿੱਥੇ ਸੀ ਜਦ ਤੁਹਾਨੂੰ ਇਹ ਖਬਰ ਮਿਲੀ? ਅਸੀਂ ਨੈਸ਼ਨਲ ਸੀ ਭਾਈ, ਨੈਸ਼ਨਲ ਹੋਣ ਦੀ ਸੀ ਲਾਹੌਰ, ਸਾਡਾ ਸੈਮੀਫਾਈਨਲ ਮੈਚ ਹੋਣ ਲੱਗਾ ਸੀ ਆਰਮੀ ਨਾਲ। ਅੱਛਾ ਠੀਕ ਮੇਰਾ ਖਿਆਲ 10 ਮਿੰਟ ਬਾਅਦ ਮੈਚ ਸ਼ੁਰੂ ਹੋਣਾ ਸੀ। ਅੱਛਾ ਜਦ ਤੁਹਾਨੂੰ ਖਬਰ ਮਿਲੀ? ਜਦੋਂ ਇਹ ਖਬਰ ਮਿਲੀ ਉਸ ਤੋਂ ਬਾਅਦ ਬਹੁਤ ਜ਼ਿਆਦਾ ਆਵਾਮ ਦੇ ਕਮੈਂਟ ਆਏ ਕਿ ਪਲੇਅਰਾਂ ਨੂੰ ਹੋਣਾ ਚਾਹੀਦਾ ਸੀ, ਮੈਚ ਰੁਕਣਾ ਚਾਹੀਦਾ ਸੀ। ਭਾਈ ਇੱਕ ਚੀਜ਼ ਅਸੀਂ ਦੇਖੋ, ਜੇ ਅਗਰ ਉਹ ਪਿੰਡ ਲੈਵਲ ਦਾ ਟੂਰਨਾਮੈਂਟ ਹੁੰਦਾ ਜ਼ਰੂਰ ਰੁਕ ਜਾਣਾ ਸੀ। ਬਿਲਕੁਲ ਜ਼ਰੂਰ ਰੁਕਣਾ ਵੀ ਚਾਹੀਦਾ ਸੀ। ਅਸੀਂ ਇਸ ਹੱਕ 'ਚ ਹਾਂ ਕਿ ਰੁਕਣਾ ਚਾਹੀਦਾ ਸੀ। ਬਿਲਕੁਲ। ਪਰ ਉੱਥੇ ਮਜਬੂਰੀ ਇਹ ਸੀ ਕਿ ਜਿਹੜਾ ਇੰਟਰਨੈਸ਼ਨਲ ਲੈਵਲ ਦਾ ਮੈਚ ਸੀ, ਉੱਥੇ ਜਿਹੜੇ ਮਹਿਕਮੇ ਦੇ ਅਫਸਰ ਸੀਗੇ, ਜਿਹੜੇ ਮਤਲਬ ਕਿ ਇੰਨਾ ਇੰਤਜ਼ਾਮ, ਜਿਹੜਾ ਸਾਰਾ ਇੰਤਜ਼ਾਮ ਮੁਕੰਮਲ ਸੀ। ਮੈਂ ਇੱਕ ਮਹੀਨਾ ਪਹਿਲਾਂ ਗਰਾਊਂਡ ਦੀ ਬੁਕਿੰਗ, ਅਫਸਰਾਂ ਦਾ ਟਾਈਮ ਟੇਬਲ, ਦੇਖੋ ਮਰ ਜਾਣਾ ਸਾਰਿਆਂ ਨੇ ਮਰ ਜਾਣਾ, ਅਸੀਂ ਵੀ ਇਸ ਚੀਜ਼ ਨੂੰ ਮੰਨਦੇ ਆ, ਪਰ ਜਿਹੜੇ ਅਫਸਰ ਆ ਉਹ ਇਸ ਚੀਜ਼ ਨੂੰ ਨਹੀਂ ਮੰਨਦੇ ਨਾ। ਉਹਨਾਂ ਵਾਸਤੇ ਨਾਰਮਲ ਗੱਲ ਆ। ਬਿਲਕੁਲ ਠੀਕ ਆ। ਦੁੱਖ ਸਾਨੂੰ ਵੀ ਬਹੁਤ ਸੀਗਾ, ਅਸੀਂ ਵੀ ਕਹਿੰਦੇ ਸੀ ਕਿ ਨਹੀਂ ਖੇਡਣਾ ਚਾਹੀਦਾ। ਤੁਹਾਡੇ ਤਾਂ ਨਾਲ ਭਾਜੀ ਇੱਕ ਫੈਮਿਲੀ ਸੀ, ਸਾਡਾ ਵੀ ਕਰਦਾ। ਬਿਲਕੁਲ। ਪਰ ਉਸ ਟਾਈਮ ਮਜਬੂਰੀ ਇਹ ਸੀ ਕਿ ਅਗਰ ਦੋ ਪਲੇਅਰ ਕਹਿੰਦੇ ਕਿ ਅਸੀਂ ਨਹੀਂ ਖੇਡਦੇ, ਅਫਸਰਾਂ ਨੇ ਕਹਿਣਾ ਠੀਕ ਆ ਯਾਰ, ਇਹਨਾਂ ਨੂੰ ਸਾਈਡ ਤੇ ਕਰੋ, ਬਾਕੀ ਖੇਡੋ। ਉਹ ਮੈਚ ਫੇਰ ਵੀ ਹੋਣਾ ਹੀ ਸੀ, ਮੈਚ ਹੋਣਾ ਸੀ ਭਾਵੇਂ ਉੱਥੇ 10 ਪਲੇਅਰ ਵੀ ਨਾ ਖੇਡਦੇ, ਪਰ ਉਹਨਾਂ ਕਹਿਣਾ ਇਹਨਾਂ ਨੂੰ ਫਾਰਗ ਕਰੋ ਨਾ, ਮੈਚ ਕਰਾਓ। ਇਸ ਕਰਕੇ ਮਜਬੂਰੀ ਸੀ, ਖੇਡੇ ਜ਼ਰੂਰ ਆ, ਪਰ ਬਸ ਇਹ ਇਤਰਾਜ਼ ਸੀਗਾ ਆਵਾਮ ਦਾ ਕਿ ਪਲੇਅਰਾਂ ਨੂੰ ਹੋਣਾ ਚਾਹੀਦਾ ਸੀ ਟੂਰਨਾਮੈਂਟ। ਬਸ ਇਹ ਉਹਨਾਂ ਵਾਸਤੇ ਕਿ ਜਿਨ੍ਹਾਂ ਨੂੰ ਪਤਾ ਨਹੀਂ ਉਸ ਟਾਈਮ ਕੀ ਸੂਰਤ ਹਾਲ ਸੀ। ਅੱਛਾ ਕਲੀਮ ਭਾਜੀ, ਹੁਣ ਆਪਾਂ ਇੰਟਰਨੈਸ਼ਨਲ ਟੂਰਸ ਵਾਲੇ ਪਾਸੇ ਟੁਰਦੇ ਆ। ਹਾਂਜੀ। ਕਿੰਨੇ ਟੂਰ ਕਰ ਲਏ ਇੰਟਰਨੈਸ਼ਨਲ ਤੁਸੀਂ ਹਜੇ ਤੱਕ? ਕਿਉਂਕਿ ਹੁਣ ਭਾਜੀ ਰੀਸੈਂਟਲੀ ਮੈਂ ਗੱਲ ਕਲੀਅਰ ਕਰਦਾ ਕਿ ਇੰਗਲੈਂਡ ਤੋਂ ਆਏ ਆ 2-3 ਦਿਨ ਪਹਿਲੋਂ, ਤੇ ਨੈਕਸਟ ਇਹਨਾਂ ਦੀ ਮਾਸ਼ਾਅੱਲਾ ਅਗਲੀ ਵੀ 2-4 ਦਿਨਾਂ ਦੀ ਫਲਾਈਟ। ਤੇ ਕਿੰਨੇ ਭਾਜੀ ਕਰ ਲਏ ਆ ਹੁਣ ਤੱਕ? ਮੇਰੇ ਭਾਈ ਇੰਟਰਨੈਸ਼ਨਲ ਲੈਵਲ ਤੇ 3 ਟੂਰ ਹੋ ਗਏ ਇੰਗਲੈਂਡ ਦੇ, 2 ਦਫਾ ਨਿਊਜ਼ੀਲੈਂਡ, ਤੇ 1 ਦਫਾ ਕੈਨੇਡਾ, ਤੇ 1 ਦਫਾ ਬਹਿਰੀਨ। ਠੀਕ। ਤੇ ਭਾਜੀ ਡੋਪ ਟੈਸਟ ਵੀ ਹੁੰਦੇ ਆ ਤੁਹਾਡੇ? ਕਿਉਂਕਿ ਅਸੀਂ ਟੈਸਟ 1 ਸਾਲ ਹੋਇਆ ਬਸ, ਓਨਲੀ 1 ਸਾਲ। ਗਮਾ ਲਿਆ 1 ਸਾਲ ਹੋਇਆ ਉੱਥੇ ਇੰਗਲੈਂਡ ਦੇ ਵਿੱਚ। ਪਰ ਉਸ ਸਾਲ ਹੀ ਮਤਲਬ ਕਿ ਵੀ ਥੋੜਾ ਚੱਕਰ ਪੈ ਗਿਆ ਵੀ ਪਲੇਅਰ ਜ਼ਿਆਦਾ ਵਧੀਆ ਨਹੀਂ ਖੇਡੇ, ਮਤਲਬ ਕਿ ਉਹਨਾਂ ਨੇ ਕਿਹਾ ਵੀ ਡੋਪ ਨਹੀਂ ਹੋਣਾ ਚਾਹੀਦਾ। ਠੀਕ ਹੈ। ਤੇ ਭਾਜੀ ਇਹ ਕਿਹੜਾ ਮਤਲਬ ਕਬੱਡੀ ਪਾਕਿਸਤਾਨ ਵੀ, ਤੁਸੀਂ ਪੂਰਾ ਪਾਕਿਸਤਾਨ, ਬਾਹਰ ਵੀ ਮਾਸ਼ਾਅੱਲਾ ਤੁਸੀਂ ਖੇਡ ਰਹੇ ਆ ਬਾਹਰਲੇ ਮੁਲਕਾਂ 'ਚ, ਕੀ ਫਰਕ ਆ ਆਪਣੇ ਪਾਕਿਸਤਾਨ ਤੇ ਉਹਨਾਂ ਦੇ ਕਲਚਰ ਵਿੱਚ, ਕਬੱਡੀ ਕਲਚਰ ਵਿੱਚ? ਕਬੱਡੀ ਕਲਚਰ 'ਚ ਉਹੀ ਤੁਸੀਂ ਮੰਨ ਕੇ ਚੱਲੋ ਵੀ ਰੂਲਸ, ਗਰਾਊਂਡ, ਉਸ ਤੋਂ ਬਾਅਦ ਟਾਈਮ ਟੇਬਲ, ਜਿੱਦਾਂ ਵੀ ਸੰਡੇ ਤੇ ਸੰਡੇ ਮੈਚ ਹੋਣੇ ਆ, ਐਤਵਾਰ ਦੀ ਐਤਵਾਰ ਹਨਾ, ਵੀ ਬਾਕੀ 7 ਦਿਨ ਵਿਹਲੇ ਆ, ਉਹ ਚੀਜ਼ ਇੱਕ ਲੈ ਲਓ। ਉਸ ਤੋਂ ਬਾਅਦ ਮੌਸਮ, ਉਸ ਤੋਂ ਬਾਅਦ ਪੈਸੇ, ਇਹ ਵੀ ਨਾਲ ਹੀ ਆ। ਠੀਕ ਹੈ। ਤੇ ਕਾਫੀ ਜ਼ਿਆਦਾ ਡਿਫਰੈਂਟ ਆ ਜਾਂਦਾ। ਭਾਜੀ ਕਿਹੜਾ ਕੱਪ ਤੁਹਾਡਾ ਫੇਵਰਟ ਆ ਬਾਹਰਲੇ ਟੂਰ ਵਿੱਚ? ਇਹ ਹਜੇ ਤੱਕ ਤੁਸੀਂ ਕਹਿੰਦੇ ਕਿ ਇਹ ਜਿਹੜਾ ਕੱਪ ਆ ਨਾ, ਮਤਲਬ ਇਹ ਮੁਲਕ ਆ ਜਿਹੜਾ ਇਹਦੇ ਵਿੱਚ ਕਬੱਡੀ ਜ਼ਿਆਦਾ, ਮੇਰੇ ਹਿਸਾਬ ਨਾਲ ਜਿਹੜਾ ਮੇਰੇ ਵਾਸਤੇ ਲੱਕੀ ਆ ਨਾ, ਲੱਕੀ ਆ ਇਹ ਨਿਊਜ਼ੀਲੈਂਡ। ਅੱਛਾ। ਤੇ ਮੈਂ 2 ਸਾਲ ਨਿਊਜ਼ੀਲੈਂਡ ਖੇਡਿਆ, 2 ਸਾਲ, ਤੇ ਮੈਨੂੰ ਸਿੰਗਲ ਜੱਫਾ ਵੀ ਨਹੀਂ ਨਿਊਜ਼ੀਲੈਂਡ। ਮਾਸ਼ਾਅੱਲਾ 2 ਸਾਲ ਮੇਰਾ ਲੱਕੀ ਆ ਹਨਾ। ਬੈਸਟ ਰੇਡਰ ਕਿੰਨੀ ਦਫਾ ਹੋਇਆ ਬਾਹਰ? ਮੈਂ ਬਾਹਰ ਨਹੀਂ ਕਿਤੇ ਵੀ ਨਹੀਂ ਬੈਸਟ ਨਹੀਂ ਹੋਇਆ ਮੈਂ ਕਿਤੇ ਵੀ। ਅੱਛਾ। ਟੂਰਨਾਮੈਂਟ ਦਾ ਬੈਸਟ ਨਹੀਂ ਹੋਇਆ ਮੈਂ ਕਿਤੇ। ਠੀਕ। ਜਿੱਤੇ ਕਿੰਨੇ ਆ ਭਾਜੀ ਬਾਹਰ? ਨਹੀਂ ਕੋਸ਼ਿਸ਼ ਤਾਂ ਤੁਹਾਡੀ ਅਸੀਂ ਦੇਖਦੇ ਆ, ਕੋਸ਼ਿਸ਼ ਤਾਂ। ਜਿੱਤੇ ਜਿੱਦਾਂ ਮਤਲਬ ਕਿ ਟੀਮ ਵਰਕ ਨਾਲ, ਪਿਛਲੇ ਸਾਲ ਜਿੱਦਾਂ ਇੰਗਲੈਂਡ ਇਸ ਸਾਲ ਅਸੀਂ ਘੱਟ ਜਿੱਤੇ ਕੱਪ ਆਪਣਾ, ਕਹਿ ਲੋ ਕਿ 3 ਕੱਪ ਮੇਰੇ ਖਿਆਲ ਜਿੱਤੇ ਆ ਤੇ 2 ਸੈਕੰਡ ਦਾ। ਭਾਜੀ ਖੁਦਾ ਨਾ ਖਾਸਤਾ ਇਹ ਸਾਡੇ, ਅਸੀਂ ਆਵਾਮ ਆ, ਸਾਡੇ ਜ਼ਿਹਨ ਵਿੱਚ ਹੈ ਕਿ ਖੁਦਾ ਨਾ ਖਾਸਤਾ ਕਿਸੇ ਪਲੇਅਰ ਇੱਥੋਂ ਗਿਆ ਵਾ, ਉਹ ਨਿਊਜ਼ੀਲੈਂਡ ਗਿਆ ਜਾਂ ਕੈਨੇਡਾ ਗਿਆ,
ਤੇ ਉਹ ਮਤਲਬ ਇੱਕ ਅੱਧੇ ਮੈਚ ਤੋਂ ਬਾਅਦ ਜਾਂ 2 ਮੈਚਾਂ ਤੋਂ ਬਾਅਦ ਉਹਦੇ ਖੁਦਾ ਨਾ ਖਾਸਤਾ ਚੋਟ ਲੱਗ ਜਾਂਦੀ ਹੈ। ਹਾਂਜੀ। ਤੁਹਾਡਾ ਫਿਰ ਜਿਹੜਾ ਕੰਟਰੈਕਟ ਆ ਹਾਂਜੀ, ਉਹ ਫਿਰ ਕਿਸ ਹਿਸਾਬ ਨਾਲ ਪੈਸੇ ਡੈਮੇਜ ਹੁੰਦੇ ਆ ਤੁਹਾਡੇ ਇਹ ਭਾਜੀ ਜਿਹੜੇ ਕਲੱਬ ਵਾਲੇ ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਆ, ਇਹ ਉਹਨਾਂ ਤੇ ਮਤਲਬ ਕਿ ਕਰਦਾ, ਕਿ ਉਹਨਾਂ ਤੇ ਡਿਪੈਂਡ ਕਰਦਾ ਕਿ ਉਹ ਕੀ ਕਰਦੇ ਆ। ਹੁਣ ਜਿੱਦਾਂ ਜੇ ਮਤਲਬ ਜੇ ਕਿਸੇ ਬੰਦੇ ਦੇ ਸੱਟ ਲੱਗ ਗਈ, ਹੁਣ ਸਾਡੇ ਕਲੱਬ ਵਾਲੇ ਆ, ਹੁਣ ਸਾਡੇ ਇੱਕ ਪਲੇਅਰ ਦੇ ਸੱਟ ਲੱਗ ਗਈ ਪਹਿਲੇ ਕੱਪ ਤੇ, ਪਰ ਉਹਦੇ ਜਿੰਨੇ ਪੈਸੇ ਸੀ ਉਹਨੂੰ 1 ਰੁਪਿਆ ਵੀ ਘੱਟ ਨਹੀਂ ਦਿੱਤਾ, ਸਾਰੇ ਟੋਟ ਪੈਸੇ ਦਿੱਤੇ। ਮੈਂ ਖੁਦ, ਮੈਨੂੰ 3 ਸਾਲ ਹੋ ਗਏ ਖੇਡਦੇ ਨੂੰ, ਮੈਂ 3 ਸਾਲ ਇੰਗਲੈਂਡ ਖੇਡਿਆ, 3 ਸਾਲ ਮੇਰੇ ਸੱਟ ਲੱਗੀ ਐਂਡ ਤੇ, ਜਦੋਂ 2 ਕੱਪ ਰਹੇ ਨੇ ਨਾ ਕਨਫਰਮ 3 ਸਾਲ ਹੋ ਗਏ ਮੈਨੂੰ। ਇਸ ਸਾਲ, ਪਿਛਲੇ ਸਾਲ, ਉਸ ਤੋਂ ਪਿਛਲੇ ਸਾਲ ਤੁਹਾਨੂੰ ਪੇਮੈਂਟ ਪੂਰੀ ਮਿਲਦੀ ਰਹੀ? ਮੈਨੂੰ ਇੱਕ ਦਫਾ ਵੀ ਉਹਨਾਂ ਨੇ ਮੇਰੇ ਪੈਸੇ ਨਹੀਂ ਕੱਟੇ। ਇੱਕ ਦਫਾ ਮਤਲਬ ਕਿ ਪਿਛਲੇ ਸਾਲ ਮੇਰੇ ਸੱਟ ਲੱਗੀ, ਉਹਨਾਂ ਨੇ ਮੈਨੂੰ ਜਿੰਨੇ ਪੈਸੇ ਦੀ ਗੱਲ ਹੋਈ ਸੀ ਮੈਨੂੰ ਵੱਧ ਦਿੱਤੇ। ਇਹ ਕਲੱਬ ਵਾਲਿਆਂ ਤੇ ਗੱਲ ਆ। ਹੁਣ ਦੇਖੋ, ਜੇ ਉਹ ਕਲੱਬ ਵਾਲੇ ਸਾਡੇ ਨਾਲ ਇਦਾਂ ਕਰਦੇ, ਅਸੀਂ ਵੀ ਉਹਨਾਂ ਦੇ ਨਾਲ ਖਲੋਤੇ। ਅਸੀਂ ਨੈਕਸਟ ਈਅਰ ਇਸ ਸਾਲ, ਪਿਛਲੇ ਸਾਲ ਵੀ ਉਹਨਾਂ ਸਾਡੇ ਨਾਲ ਇਸ ਤਰ੍ਹਾਂ ਵਧੀਆ ਕੀਤਾ ਨਾ, ਅਸੀਂ ਦੂਸਰੇ ਕਲੱਬ 'ਚ ਸਾਨੂੰ ਥੋੜੇ ਪੈਸੇ ਜ਼ਿਆਦਾ ਵੀ ਮਿਲਦੇ ਸੀ, ਅਸੀਂ ਕਿ ਨਹੀਂ ਯਾਰ, ਪਰ ਉਹਨਾਂ ਬੰਦਿਆਂ ਨਾਲ ਹੀ ਖੇਡਣਾ। ਭਾਜੀ ਇਸ ਟਾਈਮ ਤੁਸੀਂ ਰੀਸੈਂਟਲੀ ਬਾਹਰ ਜਾਂ ਟੂਰ ਕਰਦੇ ਆ, ਕਿਹੜੇ ਕਲੱਬ ਵੱਲੋਂ ਖੇਡ ਰਹੇ ਆ? ਇੰਗਲੈਂਡ ਭਾਜੀ ਮੈਂ ਖੇਡ ਰਿਹਾ ਵਾਂ ਮਿਡਵੇ ਸਿੱਖ ਟੈਂਪਲ ਵਾਲਿਆਂ ਵੱਲੋਂ, ਤੇ ਜਿੰਨੇ ਵੀ ਸਾਡੇ ਪ੍ਰਮੋਟਰ ਉੱਥੇ ਮੰਗਾ ਪ੍ਰਧਾਨ, ਲਵਲੀ ਬਾਈ, ਦੀਪਾ ਚੱਕ ਦੇਸਰਾਜ, ਸ਼ੀਰਾ ਪੁਆਦੜਾ, ਅੰਕਲ ਜੋ, ਸਾਬੀ ਮਿਡਵੇ, ਇਹ ਸਾਡੇ ਪ੍ਰਮੋਟਰ ਆ ਜਿਨ੍ਹਾਂ ਨੂੰ ਮਤਲਬ ਕਿ ਮੈਂ 2 ਸਾਲ ਹੋ ਗਏ ਮੈਂ ਖੇਡਦਾ, 2 ਸਾਲ ਤੋਂ ਮੈਂ ਖੇਡਦਾ ਰਿਹਾ। ਤੇ ਨੈਕਸਟ ਵੀ ਮੈਂ ਇਹਨਾਂ ਲਈ ਮਤਲਬ ਕਿ ਖੇਡੂੰਗਾ, ਇਹਨਾਂ ਨਾਲ ਵਧੀਆ ਆਪਣੀ ਜਿੱਦਾਂ ਪਿਆਰ ਆ ਇੰਗਲੈਂਡ ਦੇ ਵਿੱਚ। ਤੇ ਨੈਕਸਟ ਹੁਣ ਤੁਹਾਡਾ ਕੈਨੇਡਾ ਨੈਕਸਟ ਟਾਈਮ ਮੈਂ ਖੇਡ ਰਿਹਾ ਰਾਇਲ ਕਿੰਗ ਦੇ ਵਿੱਚ। ਠੀਕ ਹੈ, ਉਹਨਾਂ ਨਾਲ ਖੇਡਣਾ ਰਾਇਲ ਕਿੰਗ ਨਾਲ। ਠੀਕ ਹੈ। ਇੰਟਰਵਿਊ ਦੇ ਵਾਈਂਡ ਅਪ ਵਾਲੇ ਪਾਸੇ ਜਾ ਰਹੇ ਆ ਭਾਜੀ। ਅਸੀਂ 3 ਤੋਂ 4 ਜਿਹੜੇ ਸਾਡੇ ਮਤਲਬ ਕਬੱਡੀ ਦੇ ਸੁਪਰਸਟਾਰ ਆ ਉਹਨਾਂ ਦਾ ਨਾਮ ਲੈਂਦੇ ਆ। ਤੁਸੀਂ ਉਹਨਾਂ ਦੇ ਬਾਰੇ ਚ ਕੋਈ ਚੀਜ਼ ਆਵਾਮ ਨੂੰ ਦੱਸਣਾ ਚਾਹੋ, ਉਹਨਾਂ ਦੀ ਗੇਮ ਦੇ ਬਾਰੇ ਚ? ਆਪਣੇ ਸੁਪਰਸਟਾਰ ਆ, ਸੀਨੀਅਰ ਪਲੇਅਰ ਆ, ਲਾਲਾ ਅਬੈਦੁੱਲਾ ਕੰਬੋ ਭਾਈ, ਉਹਨਾਂ ਦੇ ਬਾਰੇ ਚ ਕੁਝ ਕਹਿਣਾ ਚਾਹੋ? ਭਾਈ ਦੇ ਬਾਰੇ ਮੈਂ ਇਦਾਂ ਕਹਿਣਾ ਚਾਹੂੰਗਾ ਕਿ ਭਾਈ ਜਿੱਡਾ ਵੱਡਾ ਪਲੇਅਰ ਆ ਨਾ, ਓਡਾ ਵੱਡਾ ਇਨਸਾਨ ਆ। ਤੇ ਭਾਈ ਨਾਲ ਮੇਰਾ ਬਹੁਤ ਜ਼ਿਆਦਾ ਮਤਲਬ ਛੋਟੇ ਭਰਾਵਾਂ ਵਾਂਗੂ ਭਾਜੀ ਮੈਨੂੰ ਸਮਝਦਾ, ਬਹੁਤ ਜ਼ਿਆਦਾ ਵੀ ਆਉਣ ਜਾਣ ਵੀ ਨਾ, ਜਿੱਦਾਂ ਮਰਜ਼ੀ ਮੈਂ ਭਾਜੀ ਨਾਲ ਮਜ਼ਾਕ ਸ਼ੁਗਲ ਵੀ ਕਰ ਲੈਣਾ, ਉਦਾਂ ਵੀ ਭਾਜੀ ਮੈਨੂੰ ਜੇ ਕੋਈ ਗੱਲ, ਕੋਈ ਮਸਲਾ ਨਾ, ਭਾਜੀ ਨੂੰ ਫੋਨ ਕਰਨਾ, ਭਾਜੀ ਇਦਾਂ ਵਾ, ਕਿੱਦਾਂ ਕਰਾਂ ਇਦਾਂ। ਤੇ ਪਹਿਲੇ ਸਾਲ ਮੈਨੂੰ ਇੰਗਲੈਂਡ ਭੇਜਣ ਵਾਲਾ ਵੀ ਭਾਈ ਅਬੈਦੁੱਲਾ ਕੰਬੋ। ਅੱਛਾ, ਪਹਿਲੇ ਸਾਲ ਮੈਨੂੰ ਖਿਡਾਉਣ ਵਾਲਾ। ਠੀਕ। ਸਜਾਦ ਗੁੱਜਰ ਭਾਜੀ, ਉਹ ਸੀਨੀਅਰ ਬਹੁਤ ਵਧੀਆ ਭਾਜੀ, ਬਹੁਤ ਮਤਲਬ ਕਿ ਜੂਨੀਅਰ ਪਲੇਅਰਾਂ ਨੂੰ ਲੈ ਕੇ ਬਹੁਤ ਜ਼ਿਆਦਾ ਗਾਈਡ ਕਰਨ ਵਾਲਾ ਬੰਦਾ। ਪਲੇਅਰ ਤੇ ਵਧੀਆ ਹੋਇਆ, ਪਰ ਜੂਨੀਅਰ ਪਲੇਅਰਾਂ ਨੂੰ ਲੈ ਕੇ, ਹਾਂ ਦੇਖੋ ਹੁਣ ਜੂਨੀਅਰ ਆ ਉਹ ਸਿੱਖਣਾ ਨਹੀਂ ਚਾਹੁੰਦੇ, ਪਰ ਜੇ ਭਾਜੀ ਦੀ ਗੱਲ ਕਰੀਏ ਜੂਨੀਅਰ ਪਲੇਅਰਾਂ ਨੂੰ ਲੈ ਕੇ ਭਾਜੀ ਬਹੁਤ ਜ਼ਿਆਦਾ ਗਾਈਡ ਕਰਨ ਵਾਲਾ ਬੰਦਾ। ਜੇ ਤੁਸੀਂ ਪੁੱਛੋਗੇ ਭਾਜੀ ਤੁਹਾਨੂੰ ਗਾਈਡ ਕਰੂਗਾ। ਇੱਕ ਸਾਡਾ ਇਸ ਟਾਈਮ ਸੁਪਰਸਟਾਰ ਰੇਡਰ ਆ ਜੀ, ਹੀਰਾ ਬੱਟ ਸਾਹਿਬ, ਤੁਹਾਡੇ ਨਾਲ ਖੇਡ ਰਹੇ ਆ। ਹੀਰਾ ਬੱਟ ਦੇ ਬਾਰੇ ਚ? ਬਹੁਤ ਵਧੀਆ ਪਲੇਅਰ, ਬਹੁਤ ਵੱਡਾ ਪਲੇਅਰ। ਮਲਕ ਬਿਨੀਆਮੀਨ, ਬਹੁਤ ਵੱਡਾ ਵਧੀਆ ਇਨਸਾਨ। ਭਾਜੀ ਕੋਈ ਮਤਲਬ ਸਾਡੇ ਪਲੇਟਫਾਰਮ ਦੇ ਥਰੂ ਕੋਈ ਪੈਗਾਮ ਦੇਣਾ ਚਾਹੋ, ਕਿਉਂਕਿ ਅਸੀਂ ਹੁਣ ਇੰਟਰਵਿਊ ਦਾ ਐਂਡ ਕਰ ਰਹੇ ਹਾਂ, ਉਹ ਪੈਗਾਮ ਕਬੱਡਰਾਂ ਵਾਸਤੇ, ਨੌਜਵਾਨ ਪਲੇਅਰਾਂ ਵਾਸਤੇ, ਕੋਈ ਤੁਹਾਡਾ ਸਾਡਾ ਪਲੇਟਫਾਰਮ ਹਾਜ਼ਰ ਹੈ? ਪਲੇਟਫਾਰਮ ਤੇ ਅਸੀਂ ਇਹ ਕਹਿਣਾ ਚਾਹਾਂਗੇ ਕਿ ਪਲੇਅਰਾਂ ਵਾਸਤੇ ਇਹ ਹੈ ਕਿ ਸ਼ਾਰਟਕਟ ਨਾ ਕਰੋ, ਸ਼ਾਰਟਕਟ ਨਾ ਚੱਲੋ, ਠੀਕ ਆ। ਜਿਸ ਪਲੇਅਰ ਨਾਲ ਤੁਸੀਂ ਮੁਕਾਬਲਾ ਕਰ ਰਹੇ ਆ ਜਾਂ ਜਿਹਦੇ ਤਰ੍ਹਾਂ ਬਣਨਾ ਚਾਹੁੰਦੇ ਆ, ਜਿਸ ਪਲੇਅਰ ਨੂੰ ਤੁਸੀਂ ਆਈਡੀਅਲ ਮੰਨਦੇ ਆ, ਪਰ ਉਹਦੀ ਮਿਹਨਤ ਦੇਖੋ। ਪਰ ਉਹਦਾ ਜਿੱਦਾਂ 5-6 ਸਾਲ, ਜਿੱਦਾਂ 10 ਸਾਲ ਤੁਹਾਡੇ ਨਾਲ ਸੀਨੀਅਰ ਆ, ਉਹਦੀ 10 ਸਾਲ ਦੀ ਮਿਹਨਤ ਦੇਖੋ। ਉਹਦੇ ਮਤਲਬ ਕਾਪੀ ਜੇ ਕਰਨੀ ਹੈ ਤੇ ਸਾਰਾ ਕੁਛ ਕਾਪੀ ਕਰੋ, ਬਸ ਉਹਦੇ ਪੈਸੇ, ਉਹਦੀ ਗੇਮ ਨਾ ਦੇਖੋ, ਉਹਦੀ ਮਿਹਨਤ ਵੀ ਕਾਪੀ ਕਰੋ। ਪੈਸਿਆਂ ਦੀ ਗੱਲ ਕਰ ਰਹੇ ਭਾਜੀ, ਮਾਨ ਸਨਮਾਨ ਕਿੰਨੇ ਦਫਾ ਹੋਇਆ? ਮਾਨ ਸਨਮਾਨ ਕਾਫੀ ਵਾਵਾ, ਮੋਟਰਸਾਈਕਲਾਂ 5-4 ਹੋਊਗੇ, 6 125 ਦੂਸਰੀਆਂ ਚਾਈਨਾ ਦੀਆਂ, ਹੈਵੀ ਬਾਈਕ, ਘੋੜੀ, ਅਲਾਵਾ ਪੈਸੇ ਕਾਫੀ, ਅਲਹਮਦੁਲਿਲਾ। ਅੱਲਾਹ ਪਾਕ ਭਾਜੀ ਨੂੰ ਚੜ੍ਹਦੀ ਕਲਾ 'ਚ ਰੱਖੇ। ਸਾਡੇ ਸੁਪਰਸਟਾਰ, ਸਾਡਾ ਮੁਲਕ ਦਾ ਫਖਰ ਆ ਭਾਜੀ। ਬਹੁਤ ਸ਼ੁਕਰੀਆ ਤੁਹਾਡੇ ਟਾਈਮ ਦੇਣ ਦਾ। ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਭਾਜੀ। ਓਕੇ, ਲਾਫ।